ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਹਾਜ਼ਰਾਂ ਜੀ ਲੈ ਕੇ ਪ੍ਰੋਗਰਾਮ ਇੱਕ ਨਜ਼ਰ, ਮੈਂ ਹਾਂ ਜੀ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸ਼ਨੀਵਾਰ ਦੁਪਹਿਰੇ ਅਸੀਂ 1 ਵਜੇ ਤੁਹਾਡੇ ਲਈ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ, ਨਜ਼ਰ ਰੱਖਦੇ ਹਾਂ ਜੋ ਸਾਡੇ ਆਸ-ਪਾਸ ਵਾਪਰ ਰਿਹਾ, ਜੋ ਸਾਡੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਵਾਪਰ ਰਿਹਾ, ਕਿਹੜੇ ਮਾਮਲੇ ਇਸ ਟਾਈਮ ਜਿਹੜੇ ਤਤਕਾਲ ਦੇ ਚੱਲ ਰਹੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਜ਼ਰੂਰੀ ਹੈ। ਤੇ ਜੇ ਇਹਨਾਂ ਮਾਮਲਿਆਂ ਦੀ ਗੱਲ ਕਰੀਏ ਤੇ ਇਸ ਟਾਈਮ ਸਾਡੇ ਦਿਲੋਂ ਦਿਮਾਗ ਤੇ ਹਰ ਪਾਸੇ ਹਰ ਟਾਈਮ ਸਾਡੇ ਉੱਤੇ ਛਾਇਆ ਰਹਿੰਦਾ ਕਿ ਜੋ ਸਾਡਾ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰ ਉੱਪਰ ਚੱਲਿਆ, ਜਿਹੜੇ ਸਾਡੇ ਕਿਸਾਨ ਭਰਾ, ਸਾਡੇ ਬਾਪ ਸਮਾਨ, ਚਾਚਿਆਂ ਤਾਇਆਂ ਸਮਾਨ, ਮਾਵਾਂ ਭੈਣਾਂ ਜਿਹੜੇ ਉੱਥੇ ਜਾ ਕੇ ਮੋਰਚੇ ਤੇ ਬੈਠੀਆਂ ਨੇ, ਉਹਨਾਂ ਦਾ ਕੀ ਹਾਲ ਹੋਵੇਗਾ, ਇਹ ਕਿਸਾਨ ਅੰਦੋਲਨ ਕਿੱਧਰ ਨੂੰ ਜਾਵੇਗਾ, ਇਸ ਤੇ ਚਰਚਾ ਕਰਨੀ ਬਣਦੀ ਹੈ। ਤੇ ਅੱਜ ਦਾ ਵੀ ਸਾਡਾ ਵਿਸ਼ਾ ਹੈ ਜਿਹੜਾ ਉਹ ਇਸ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ। ਅਗਰ ਤੁਹਾਡੇ ਕੋਈ ਵੀ ਇਸ ਅੰਦੋਲਨ ਨੂੰ ਲੈ ਕੇ ਵਿਚਾਰ ਹੋਣ, ਤੁਸੀਂ ਕੀ ਆਪਣੇ ਮਨ ਦੇ ਵਿੱਚ ਭਾਵਨਾਵਾਂ ਰੱਖਦੇ ਹੋ ਇਸ ਅੰਦੋਲਨ ਨੂੰ ਲੈ ਕੇ, ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਥੱਲੇ ਡਿਸਪਲੇ ਹੋ ਰਹੇ ਨੇ 01824 508 709 ਅਤੇ 01824 509 554। ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ ਜੀ। ਤੇ ਤੁਸੀਂ ਸਮਝ ਹੀ ਗਏ ਹੋਗੇ ਕਿ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਕਿਸਾਨ ਅੰਦੋਲਨ ਬਾਰੇ ਤੁਸੀਂ ਜਿਹੜੀ ਆਪਣੀ ਉਹ ਰਾਏ ਦੇਣੀ ਹੈ, ਕਿਉਂਕਿ ਬੇਸ਼ੱਕ ਤੁਸੀਂ ਘਰਾਂ ਵਿੱਚ ਬੈਠੇ ਹੋ, ਸੋਸ਼ਲ ਮੀਡੀਆ ਦੇ ਨਾਲ ਤੁਸੀਂ ਵੀ ਅੰਦੋਲਨ ਦਾ ਹਿੱਸਾ ਬਣੇ ਹੋਏ ਹੋ। ਦਿਨ ਰਾਤ ਤੁਸੀਂ ਜਿਹੜੀਆਂ ਖਬਰਾਂ ਵੇਖ ਰਹੇ ਹੋ ਸੋਸ਼ਲ ਮੀਡੀਆ ਤੇ, ਜਿਹੜੇ ਅਸੀਂ ਐਪਸ ਯੂਜ਼ ਕਰਦੇ ਹਾਂ, ਚਾਹੇ ਫੇਸਬੁੱਕ ਹੋਵੇ, WhatsApp ਹੋਵੇ, ਸਾਰੇ ਪਾਸੇ ਸਾਨੂੰ ਜਿਹੜੀ ਉੱਥੋਂ ਦੀ ਜਾਣਕਾਰੀ ਆ, ਉੱਥੋਂ ਦੀਆਂ ਉਹ ਤਸਵੀਰਾਂ ਸਾਡੇ ਤੱਕ ਪਹੁੰਚਦੀਆਂ ਨੇ ਜੋ ਉੱਥੇ ਦਾ ਦ੍ਰਿਸ਼ ਹੈਗਾ। ਤੇ ਤੁਸੀਂ ਕੀ ਰਾਏ ਰੱਖਦੇ ਹੋ ਇਸ ਅੰਦੋਲਨ ਦੇ ਬਾਰੇ ਵਿੱਚ? ਆਪਣੇ ਵਿਚਾਰ ਜ਼ਰੂਰ ਦਿਓ। ਤੇ ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ, ਜਿਵੇਂ ਤੁਸੀਂ ਹੁਣ ਜਾ ਕੇ ਆਏ ਹੋ ਬਾਰਡਰ ਤੇ, ਹਨਾ, ਜਿੱਥੇ ਇਹ ਸੰਘਰਸ਼ ਚੱਲ ਰਿਹਾ ਹੈ, ਉਸ ਅੰਦੋਲਨ ਦਾ ਤੁਸੀਂ ਹਿੱਸਾ ਬਣ ਕੇ ਆਏ ਹੋ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਦ੍ਰਿਸ਼ ਹੈਗਾ ਤੁਹਾਡਾ ਉੱਥੇ ਦਾ ਜੋ ਤੁਸੀਂ ਦੇਖਿਆ, ਤੇ ਕੀ ਤੁਹਾਡੇ ਦਿਮਾਗ ਦੇ ਵਿੱਚ ਉਹ ਗੱਲਾਂ ਬੈਠੀਆਂ? ਮਨਪ੍ਰੀਤ, ਅਗਰ ਕੋਈ ਵੀ ਬੰਦਾ ਉੱਥੇ ਜਾ ਕੇ ਉਸ ਮਾਹੌਲ ਨੂੰ ਦੇਖੇ, ਉੱਥੇ ਜਾ ਕੇ ਵਿਚਰੇ ਰਵੇ, ਟਾਈਮ ਲਾਵੇ ਥੋੜਾ ਜਿਹਾ, ਤਾਂ ਪਹਿਲਾ ਜਿਹੜਾ ਮੇਰੇ ਸ਼ਬਦ ਮਨ ਦੇ ਵਿੱਚ ਆਵੇਗਾ ਉਹ ਇਹ ਹੁੰਦਾ ਆ ਕਿ ਸਾਨੂੰ ਪੰਜਾਬੀ ਹੋਣ ਤੇ ਮਾਣ ਆ। ਬਿਲਕੁਲ, ਸਾਨੂੰ ਉੱਥੇ ਜਾ ਕੇ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਕਿ ਤੁਸੀਂ ਇੱਕ ਪੰਜਾਬੀ ਹੋ, ਤੁਸੀਂ ਉਸ ਵਿਰਸੇ ਤੋਂ ਹੋ ਕਿ ਜਿਨ੍ਹਾਂ ਦੇ ਖੂਨ ਦੇ ਵਿੱਚ ਸੰਘਰਸ਼ ਲਿਖਿਆ ਹੋਇਆ ਆ, ਵਿਰਸੇ ਦੇ ਵਿੱਚ ਸੰਘਰਸ਼ ਲਿਖਿਆ ਹੋਇਆ ਆ। ਜਿੰਨੀਆਂ ਅੱਜ ਤੱਕ ਜੰਗਾਂ ਜਿੱਤੀਆਂ ਜਾਂ ਕੁਝ ਵੀ ਹੋਇਆ, ਉਹਦੇ ਵਿੱਚ ਪੰਜਾਬੀਆਂ ਦਾ ਸੰਘਰਸ਼, ਬੇਸ਼ੱਕ ਆਜ਼ਾਦੀ ਦੀ ਹੋਵੇ ਜਾਂ ਕੁਝ ਵੀ ਹੋਵੇ, ਪੰਜਾਬੀਆਂ ਦਾ ਸੰਘਰਸ਼, ਪੰਜਾਬੀਆਂ ਦਾ ਜਜ਼ਬਾ ਸੀ ਜਿਹੜਾ ਅੱਜ ਉੱਥੇ ਦੇਖਣ ਨੂੰ ਮਿਲਦਾ ਆ। ਚਲੋ, ਸਰਕਾਰ ਨੇ ਕਾਨੂੰਨ ਬਣਾਉਣੇ ਸੀ, ਬਣਾਤੇ, ਬੇਸ਼ੱਕ ਕਿਸਾਨਾਂ ਨੂੰ ਨਹੀਂ ਪੁੱਛਿਆ, ਉਹ ਕਾਲੇ ਕਾਨੂੰਨ ਜਿਹੜੇ ਆ ਉਹ ਲਗਾ ਦਿੱਤੇ ਉੱਤੇ, ਧੱਕੇ ਨਾਲ ਥੋਪ ਦਿੱਤੇ ਜਾ ਰਹੇ। ਲੇਕਿਨ ਮੈਂ ਇੱਕ ਪਾਸਿਓਂ ਸਰਕਾਰ ਦਾ ਧੰਨਵਾਦ ਇਸ ਪਾਸਿਓਂ ਕਰਨਾ ਚਾਹਾਂਗਾ ਕਿ ਉਹਨੇ ਪੂਰੇ ਦੇਸ਼ ਨੂੰ, ਪੰਜਾਬੀਆਂ ਨੂੰ ਖਾਸ ਕਰ, ਹਰ ਵਰਗ ਨੂੰ, ਭਾਵੇਂ ਉਹ ਸ਼ਹਿਰੀ ਵਰਗ ਆ, ਭਾਵੇਂ ਮਜ਼ਦੂਰ ਵਰਗ ਆ, ਭਾਵੇਂ ਕਿਸਾਨ ਵਰਗ ਆ, ਭਾਵੇਂ ਆਪਾਂ ਕੋਈ ਵੀ ਲੈ ਲਈਏ ਨਾ, ਸਾਰਿਆਂ ਨੂੰ ਇੱਕ ਮੰਚ ਤੇ ਲੈਣ ਦਾ ਇਕੱਠੇ ਕਰ ਦਿੱਤਾ ਸਾਰਿਆਂ ਦੇ। ਬੇਸ਼ੱਕ ਮੈਂ ਕਹਿੰਦਾ ਕਿ ਅਗਰ ਕੋਈ ਨਰਿੰਦਰ ਮੋਦੀ ਦੇ ਕੱਟੜ ਭਗਤ ਵੀ ਹੋਵੇਗਾ, ਲੇਕਿਨ ਉਹ ਵੀ ਇਹ ਸੋਚਦੇ ਨੇ ਕਿ ਇਸ ਮੁੱਦੇ ਦੇ ਉੱਤੇ ਕਿਸਾਨਾਂ ਦਾ ਸੰਘਰਸ਼ ਜਿਹੜਾ ਆ ਉਹ ਜਾਇਜ਼ ਆ। ਬਿਲਕੁਲ, ਉਸ ਚੀਜ਼ ਨੂੰ ਲੈ ਕੇ ਜਿਹੜੇ ਕਦੀ ਵੀ ਖਿਲਾਫ ਨਹੀਂ ਬੋਲਦੇ, ਉਹਨਾਂ ਵੱਲੋਂ ਵੀ ਇਸ ਟਾਈਮ ਮਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਨਹੀਂ, ਇਹ ਜਾਇਜ਼ ਆ, ਇਹ ਸੰਘਰਸ਼ ਜਾਇਜ਼ ਆ, ਹਨਾ। ਤੇ ਸਾਨੂੰ ਉੱਥੇ ਜਾ ਕੇ ਜੋ ਮਾਹੌਲ ਆ, ਉੱਥੇ ਐਡਾ ਜਜ਼ਬਾ ਆ ਕਿ ਮੈਂ ਇਹ ਕਹਿੰਦਾ ਕਿ ਸਭ ਨਾਲੋਂ ਵੱਡੀ ਗੱਲ ਜਿਹੜੀ ਇੱਕ ਦੇਖਣ ਵਾਲੀ ਮਿਲਦੀ ਆ, ਉੱਥੇ ਭਾਈਚਾਰਕ ਸਾਂਝ ਆ। ਬਿਲਕੁਲ, ਹਰਿਆਣੇ ਵਾਲੇ, ਪੰਜਾਬ ਵਾਲੇ ਇਕੱਠੇ ਬੈਠੇ ਨੇ, ਕਈ ਥਾਂ ਤੇ ਤਾਂ ਤੰਬੂ ਏਦਾਂ ਲੱਗੇ ਨੇ, ਆ ਹਰਿਆਣੇ ਵਾਲਿਆਂ ਦਾ, ਇਹਨਾਂ ਦਾ, ਉੱਥੇ ਹਰਿਆਣਵੀ ਗੀਤ ਚੱਲਦੇ ਨੇ, ਉੱਧਰ ਪੰਜਾਬੀ ਗੀਤ ਚੱਲਦੇ ਨੇ। ਬਿਲਕੁਲ, ਉੱਥੇ ਯੂਨੀਵਰਸਿਟੀਜ਼ ਦੇ ਸਟੂਡੈਂਟ ਜਿਹੜੇ ਆ ਉਹ ਬੈਠ ਕੇ ਉੱਥੇ ਆਪਣੇ ਨਾਟਕ, ਆਪਣੇ ਸੰਗੀਤ ਰਾਹੀਂ, ਆਪਣੇ ਹੋਰ ਰਾਹੀਂ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਹਿੱਸਾ ਬਣ ਰਹੇ ਨੇ, ਹਰ ਇੱਕ ਪਾਸੇ ਕੋਈ ਨਾ ਕੋਈ ਹਿੱਸਾ ਬਣ ਰਿਹਾ। ਤੁਸੀਂ ਦੇਖੋ ਕਿ ਦਿੱਲੀ ਵਾਲੇ ਉੱਥੇ ਆ ਕੇ ਸੇਵਾ ਕਰ ਰਹੇ ਨੇ, ਪੰਜਾਬ ਵਾਲੇ ਤਾਂ ਕਰਦੇ ਹੀ ਕਰਦੇ ਆ, ਲੋਕੀ ਯੂਪੀ ਤੋਂ ਪਹੁੰਚ ਗਏ, ਹੋਰ ਜਗ੍ਹਾ ਤੋਂ ਪਹੁੰਚ ਗਏ ਨਾ, ਯੂਪੀ ਵਾਲੇ ਉੱਧਰਲੇ ਬਾਰਡਰ ਤੇ ਬੈਠੇ ਨੇ, ਗਾਜ਼ੀਆਬਾਦ ਦੇ, ਹਨਾ। ਇਹ ਇਸ ਹਿਸਾਬ ਦੇ ਨਾਲ ਇੱਕ ਸਿਸਟਮ ਦੇ ਨਾਲ ਚੱਲਦਾ ਪਿਆ ਆ ਕਿ ਤੁਸੀਂ ਉੱਥੇ ਜਾ ਕੇ ਦੇਖ ਕੇ ਬਜ਼ੁਰਗ ਉੱਥੇ ਬੈਠੇ ਨੇ, ਟਰਾਲੀਆਂ ਦੇ ਵਿੱਚ ਕੋਈ ਸੁੱਤਾ ਪਿਆ, ਕੋਈ ਲੰਮਾ ਪਿਆ, ਕੋਈ ਇਹ ਕਹਿ ਲਓ ਅਖਬਾਰਾਂ ਪੜ੍ਹ ਰਹੇ ਨੇ, ਉੱਥੇ ਬੈਠ ਕੇ ਧੁੱਪ ਸੇਕ ਰਹੇ ਨੇ, ਤੇ ਨਾਲ ਦੀ ਨਾਲ ਜਿਹੜੀ ਆ ਅਪਡੇਟ ਉਹ ਨਾਲ ਦੀ ਨਾਲ ਜਿਹੜੀ ਆ ਲੈ ਰਹੇ ਨੇ। ਜਿਹੜੀ ਸਭ ਨਾਲੋਂ ਤਰਾਸਦੀ ਆ ਉਹ ਇਹ ਆ ਕਿ ਨੈਸ਼ਨਲ ਮੀਡੀਆ, ਕੁਛ ਇੱਕ ਚੈਨਲਾਂ ਨੂੰ ਛੱਡ ਕੇ ਜ਼ਿਆਦਾਤਰ ਨੈਸ਼ਨਲ ਮੀਡੀਆ ਜਿਹੜਾ ਆ ਉਹ ਸਹੀ ਤਰੀਕੇ ਨਾਲ ਉਹ ਇਸ ਚੀਜ਼ ਨੂੰ ਤਾਂ ਕਵਰ ਉਹਨਾਂ ਨੇ ਕੀਤਾ ਆਪਣੇ ਚੈਨਲ ਤੋਂ, ਤੇ 15-15 ਦਿਨ 20-20 ਦਿਨ ਕਿ ਸੁਸ਼ਾਂਤ ਨੇ
ਜਿਹੜੀ ਆਪਣੇ ਉਹਦਾ ਕਤਲ ਹੋਇਆ ਜਾਂ ਸੁਸਾइड ਕੀਤਾ। उस चीज ਨੂੰ ਲੈ ਕੇ 20 दिन अब रिया घर से चल पड़ी, अब रिया सीबीआई कोर्ट पहुंच गई, अब रिया ऐसा हो गया वैसा हो गया, अब ये क्या हो गया, उसकी रस्सी ऐसे थी वैसे थी। इस कारण ਨੂੰ ਲੈ ਕੇ 12-12 ਘੰਟੇ ਦਾ ਪ੍ਰੋਗਰਾਮ ਉਹਨਾਂ ਨੇ ਆਪਣੇ ਚਲਾਇਆ। ਲੇਕਿਨ ਜਿਹੜੇ ਕਿਸਾਨ ਉੱਥੇ ਸੰਘਰਸ਼ ਦੌਰਾਨ ਜਿਨ੍ਹਾਂ ਦੀਆਂ ਠੰਡ ਕਾਰਨ ਜਾਂ ਹੋਰ ਕਿਸੇ ਕਾਰਨ ਉੱਥੇ ਮੌਤਾਂ ਹੋਈਆਂ ਨੇ, ਉਹਨਾਂ ਨੇ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਜਗ੍ਹਾ ਦੇਣੀ ਠੀਕ ਨਹੀਂ ਸਮਝੀ, ਜਿਹੜੀ ਸਾਡੇ ਲਈ ਤਰਾਸਦੀ ਦੀ ਗੱਲ ਆ। ਮਤਲਬ ਕਹ ਲਓ ਕਿ ਕਵਰ ਕੀਤਾ ਹੀ ਨਹੀਂ ਗਿਆ, ਕਵਰ ਨਹੀਂ ਕੀਤਾ ਗਿਆ, ਬਿਲਕੁਲ ਕਵਰ ਨਹੀਂ ਕੀਤਾ। ਸਮਝ ਕੇ ਇਹ ਕਹਿ ਸਕਦੇ ਆ ਕਿ ਉਸ ਸੰਘਰਸ਼ ਦੇ ਵਿੱਚੋਂ ਤਰੁੱਟੀਆਂ ਲੱਭ ਕੇ, ਨਹੀਂ ਵੀ ਸੀਗੀਆਂ ਤਾਂ ਤਰੁੱਟੀਆਂ ਕੋਲੋਂ ਪਾ ਕੇ ਵਰਲਡ ਦੇ ਜਿਹੜੇ ਹੇਰ ਫੇਰ ਆ ਉਹਨਾਂ ਨੂੰ ਕਰਕੇ ਇਸ ਸੰਘਰਸ਼ ਨੂੰ ਗਲਤ ਸੰਘਰਸ਼ ਦੇਣ ਦੀ ਕੋਸ਼ਿਸ਼ ਜਿਹੜੀ ਆ ਨਿਰੰਤਰ ਹਜੇ ਵੀ ਕੁਝ ਮੀਡੀਆ ਚੈਨਲਸ ਵੱਲੋਂ ਜਿਹੜੀ ਜਾਰੀ ਆ। ਅਸੀਂ ਕੁਝ ਮੀਡੀਆ ਨਾਲ ਰਿਲੇਟਡ ਆ, ਅਸੀਂ ਲੋੜ ਤੋਂ ਵੱਧ ਬੋਲ ਨਹੀਂ ਸਕਦੇ, ਲੇਕਿਨ ਸਾਡਾ ਮਨ ਦੁਖਦਾ ਆ ਕਿ ਸਾਡੇ ਭਾਈ ਉਹ ਜਿਹੜੇ ਆ ਉਹ ਕੀ ਕੰਮ ਕਰ ਰਹੇ ਨੇ। ਇੱਕ ਲਿਮਟ ਹੁੰਦੀ ਆ, ਕਿਸੇ ਵੀ ਚੀਜ਼ ਦੀ ਇੱਕ ਲਿਮਟ ਹੁੰਦੀ ਆ, ਤੁਹਾਨੂੰ ਉਹਦੇ ਤੇ ਵੀ ਗੌਰ ਕਰਨਾ ਚਾਹੀਦਾ। ਬਿਲਕੁਲ। ਤੁਸੀਂ ਦੇਖੋ ਕਿ ਕਿਹੋ ਜਿਹਾ ਮੌਸਮ ਹੈਗਾ, ਅਸੀਂ ਘਰਾਂ ਦੇ ਵਿੱਚ ਆ, ਸਾਨੂੰ ਤਾਂ ਵੀ ਠੰਡ ਲੱਗ ਰਹੀ ਆ, ਅਸੀਂ ਛੱਤ ਦੇ ਥੱਲੇ ਆ, ਸਾਡੇ ਕੋਲ ਹਰੇਕ ਫੈਸਿਲਿਟੀ ਹੈਗੀ ਆ, ਜਦ ਕਿ ਉੱਥੇ ਵੀ ਹਰੇਕ ਫੈਸਿਲਿਟੀ ਹੈਗੀ ਆ। ਪਰ ਤੁਸੀਂ ਦੇਖੋ ਰਾਤੀ ਜਦੋਂ ਮੌਸਮ ਖਰਾਬ ਹੋਇਆ ਤੇ ਉਹ ਕਿੱਦਾਂ ਦਾ ਫੀਲ ਹੋ ਰਿਹਾ ਸੀ ਉਹਨਾਂ ਇੱਕਦਮ ਜਦੋਂ ਬੱਦਲ ਗਰਜਿਆ ਨਾ, ਤਾਂ ਉਸ ਕਿਸਾਨਾਂ ਦਾ ਜਿਹੜਾ ਚਿਹਰਾ ਅੱਖਾਂ ਮੂਹਰੇ ਆ ਰਿਹਾ ਸੀ ਕਿ ਕਿਵੇਂ ਉਹ ਦੇਖੋ ਇੰਨੇ ਦਿਨਾਂ ਦੇ ਸੰਘਰਸ਼ ਕਰ ਰਹੇ, ਅੱਜ 17ਵਾਂ ਦਿਨ ਹੋ ਗਿਆ ਉਹਨਾਂ ਨੂੰ ਦਿੱਲੀ ਬੈਠਿਆਂ ਨੂੰ, ਹਨਾ। ਤੇ ਤੁਸੀਂ ਦੇਖੋ ਸਾਰਾ ਘਰ ਪਰਿਵਾਰ ਛੱਡ ਕੇ ਅਸੀਂ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਨਾ, ਅਸੀਂ ਇੱਕ ਦਿਨ ਤੋਂ ਵੱਧ ਨਹੀਂ ਰਹਿੰਦੇ ਕਿ ਸਾਡਾ ਕੰਮ ਖੜ ਜਾਣਾ। ਮਨਪ੍ਰੀਤ, ਅਗਰ ਗੱਲ ਕਰਦੇ ਆ ਕਿ ਇਹ ਦਸੰਬਰ ਦਾ ਮਹੀਨਾ, ਦਸੰਬਰ ਦੇ ਮਹੀਨੇ ਦੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਖਾਸ ਜਗ੍ਹਾ ਹੈ, ਬਿਲਕੁਲ, ਹਨਾ। ਸਾਡੇ ਸੰਘਰਸ਼ ਦੇ ਲਈ, ਸਾਡੀਆਂ ਕੁਰਬਾਨੀਆਂ ਦੇ ਲਈ ਇਹ ਮਹੀਨਾ ਜਿਹੜਾ ਜਾਣਿਆ ਜਾਂਦਾ। ਇਹ ਸੋਚ ਦੇ ਨਾਲ, ਇਸ ਚੀਜ਼ ਦੇ ਨਾਲ ਕੁਦਰਤੀ ਤੌਰ ਦੇ ਉੱਤੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਹੋਰ ਸੰਘਰਸ਼ ਲਈ, ਕੁਰਬਾਨੀਆਂ ਦੇਣ ਦੇ ਲਈ ਜਜ਼ਬਾ ਜਿਹੜਾ ਆ ਉਹ ਪੈਦਾ ਹੋ ਜਾਂਦਾ ਜੀ। ਮਾਤਾ ਗੁਜਰੀ ਦੀ ਆਪਾਂ ਗੱਲ ਕਰਦੇ ਆ, ਸਾਹਿਬਜ਼ਾਦਿਆਂ ਦੀ ਗੱਲ ਕਰਦੇ ਆ, ਤਾਂ ਉਹ ਦਸੰਬਰ ਮਹੀਨਾ ਸੀ। ਉਦੋਂ ਦੀ ਜਿਹੜੀ ਪੋਹ ਦੀ ਠੰਡ ਸੀ, ਇੰਨੀ ਠੰਡ ਦੇ ਵਿੱਚ ਜੋ ਉੱਥੇ ਵਾਪਰਿਆ ਸਾਨੂੰ ਸਾਰਿਆਂ ਨੂੰ ਪਤਾ ਹੈ। ਤੇ ਅੱਜ ਉਸੇ ਠੰਡ ਦੇ ਵਿੱਚ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜਿਹੜੇ ਨੇ ਉਹ ਉੱਥੇ ਦਿੱਲੀ ਦੇ ਵਿੱਚ ਸੰਘਰਸ਼ ਦੇ ਉੱਤੇ ਬੈਠੇ ਨੇ। ਉਹਨਾਂ ਨੇ ਵੀ ਆਪਣੇ ਕਹਿ ਲਓ ਕਿ ਖਾਲਸਾ ਪੰਥ ਦੇ ਲਈ, ਪਰਿਵਾਰ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਸੀ ਸਾਡੇ ਲਈ ਨਾ, ਤੇ ਹੁਣ ਸਾਡਾ ਉਹ ਪਰਿਵਾਰ ਆਪਣੇ ਫਿਊਚਰ ਦੇ ਲਈ, ਆਪਣੇ ਬੱਚਿਆਂ ਦੇ ਲਈ ਉੱਥੇ ਧਰਨੇ ਤੇ ਬੈਠੇ ਹੋਏ ਨੇ। ਮੇਰੀ ਕਈ ਬਜ਼ੁਰਗਾਂ ਨਾਲ ਗੱਲ ਹੋਈ ਇੱਥੇ ਜੀ, ਤੇ ਗੱਲ ਕਰਦੇ ਉਹਨਾਂ ਨੇ ਜਦੋਂ ਇਹ ਗੱਲ ਹੋਈ ਕਿ ਬਜ਼ੁਰਗੋ ਤੁਹਾਡੇ ਆਪਾਂ ਨੂੰ ਕਾਲਰ ਜੁੜ ਗਏ ਨੇ, ਆਪਾਂ ਇਸ ਟੌਪਿਕ ਤੇ ਅੱਗੇ ਦੀ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਭ ਨੂੰ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਸਤਿ ਸ਼੍ਰੀ ਅਕਾਲ, ਤੁਹਾਡੇ ਜਿੰਨੇ ਸ਼ਰੋਤਾ ਆ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਮੈਂ ਰਣਜੀਤਪਾਲ ਪਾਵਲਾ, ਹਾਂਜੀ ਪਾਵਲਾ ਜੀ ਬੋਲ ਰਿਹਾ, ਸਤਨਾਮਪੁਰੇ ਤੋਂ। ਹਾਂਜੀ ਪਾਵਲਾ ਜੀ। ਹਾਂਜੀ ਮੈਂ ਕਿਹਾ ਮੈਂ ਰਣਜੀਤਪਾਲ ਪਾਵਲਾ ਫਗਵਾੜਾ ਤੋਂ ਬੋਲ ਰਿਹਾ। ਹਾਂਜੀ ਸਤਨਾਮਪੁਰਾ ਤੋਂ। ਤੇ ਗੱਲ ਚੱਲ ਰਹੀ ਸੀ ਆਪਣੀ ਕਿਸਾਨ ਮੁੱਦੇ ਤੇ। ਹਾਂਜੀ ਤੇ ਜਿਹੜੇ ਬਿੱਲ ਤਾਂ ਦੇਖੋ ਜੀ ਬਹੁਤ ਹੀ ਨਜਾਇਜ਼ ਬਣੇ ਆ, ਜਿਹੜਾ ਕਿ ਕਿਸਾਨ ਨੂੰ ਮਾਰੂ ਬਿੱਲ ਆ ਇਹ। ਤੇ ਜਿੱਦਾਂ ਸਾਡੇ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਇੱਕ ਰੋਸ ਕਰ ਰਹੇ ਆ, ਤੇ ਸਾਡੀ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦਾ ਜਿਹੜਾ ਰੋਸ ਆ ਉਹ ਜਾਇਜ਼ ਆ, ਉਹਨੂੰ ਮੰਨਣਾ ਚਾਹੀਦਾ, ਬਿੱਲ ਰੱਦ ਹੋਣੇ ਚਾਹੀਦੇ ਆ, ਜਲਦੀ ਤੋਂ ਜਲਦੀ ਹੋਣੇ ਚਾਹੀਦੇ ਆ। ਹਾਂਜੀ ਤੇ ਦੇਖੋ ਤੁਸੀਂ ਜਿਮ ਦੇ ਨਾਲ ਰਿਲੇਟਡ ਹੋ। ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਨਸ਼ੇੜੀ ਆ ਜਾਂ ਪੰਜਾਬ ਦੇ ਮੁੰਡੇ ਜਵਾਨੀ ਜਿਹੜੀ ਆ ਬਾਹਰ ਜਾ ਚੁੱਕੀ ਆ ਜਾਂ ਨਸ਼ਿਆਂ 'ਚ ਪੈ ਚੁੱਕੀ ਆ। ਅੱਜ ਉੱਥੇ ਜਾ ਕੇ ਦੇਖੋ ਕਿ ਪੰਜਾਬੀ ਮੁੰਡੇ ਜਿਨ੍ਹਾਂ ਨੇ ਐਡੇ ਬੈਰੀਕੇਡ ਤੋੜ ਕੇ ਦਿੱਲੀ ਦੇ ਬਾਰਡਰ ਤੱਕ ਜਾ ਕੇ ਇਹ ਕਹਿ ਲਈਏ ਕਿ ਨੱਕ ਦੇ ਉੱਤੇ ਜਾ ਕੇ ਬਹਿ ਗਿਆ ਬਿਲਕੁਲ ਹੀ ਦਿੱਲੀ ਦੀ। ਦੇਖੋ ਜੀ ਤੇ ਜਿਹੜੇ ਨੌਜਵਾਨ, ਸਾਡੇ ਜਿਹੜੇ ਕਿਸਾਨ ਭਰਾ ਆ ਜਾਂ ਸਾਡੇ ਹੋਰ ਜਿੰਨੇ ਵੀ ਇਹਨਾਂ ਨਾਲ ਜੁੜੇ ਹੋਏ ਆ, ਸਾਰਿਆਂ ਨੇ ਸਾਬਤ ਕਰ ਦਿੱਤਾ ਵੀ ਅਸੀਂ ਜਿਹੜਾ ਪੰਜਾਬ ਆ ਇਹ ਕੋਈ ਨਸ਼ੇੜੀ ਨਹੀਂ ਹੈਗਾ। ਇਹਨਾਂ ਨੇ ਆਪਣਾ ਕਲੰਕ ਧੋਤਾ, ਬਿਲਕੁਲ ਇਹਨਾਂ ਨੇ ਕਲੰਕ ਧੋਤਾ ਔਰ ਬੈਰੀਕੇਡ ਤੋੜ ਕੇ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਅਸੀਂ ਮੁਸੀਬਤ ਆਉਣ ਦੇ ਉੱਤੇ ਆਪਣੀਆਂ ਜਾਨਾਂ ਕੁਰਬਾਨ ਕਰ ਸਕਦੇ ਆ। ਤੇ ਇਹ ਤਾਂ ਸਾਡਾ ਚਲੋ ਇੱਕ ਘਰ ਦੀ ਲੜਾਈ ਆ, ਇਹ ਇੱਕ ਦੇਸ਼ ਦੇ ਅੰਦਰ ਦੀ ਲੜਾਈ ਆ। ਤੇ ਮੈਂ ਇਹੀ ਕਹਿਣਾ ਹੁੰਦਾ ਵੀ ਜਦੋਂ ਅੰਗਰੇਜ਼ ਇੱਥੇ ਆਏ ਸੀ ਤੇ ਅੰਗਰੇਜ਼ਾਂ ਨੂੰ ਕਿੱਦਾਂ ਦੌੜਾਇਆ ਸੀ ਇੱਥੋਂ, ਉਹਨਾਂ ਦਾ ਕੀ ਹਾਲ ਕੀਤਾ ਸੀ ਇਹਨਾਂ ਨੇ, ਤੇ ਉਹਨਾਂ ਨੂੰ ਇੱਥੋਂ ਦੇਸ਼ ਛੱਡਣਾ ਪੈ ਗਿਆ ਸੀ। ਤੇ ਅੱਜ ਮੈਂ ਇਹੀ ਚਾਹੁੰਦਾ ਵੀ ਸਾਡੇ ਦੇਸ਼ ਦੇ ਵਿੱਚ ਜਿਹੜੀ ਕੋਈ ਇਸ ਤੋਂ ਜ਼ਿਆਦਾ ਕੋਈ ਮੰਦਭਾਗੀ ਘਟਨਾ ਨਾ ਹੋਵੇ। ਉਸ ਤੋਂ ਪਹਿਲਾਂ ਜਿਹੜੇ ਬਿੱਲ ਆ, ਤਿੰਨੇ ਬਿੱਲ ਜਿਹੜੇ ਆ ਕਿਸਾਨ ਦੇ, ਉਹ ਵਾਪਸ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਫਿਰ ਦੁਬਾਰਾ ਮੁੜ ਕੇ ਮੀਟਿੰਗ ਕਰਕੇ ਕਿਸਾਨਾਂ ਨਵੇਂ ਸਿਰ ਤੋਂ ਬਣਾ ਦਿਆ, ਨਵੇਂ ਸਿਰ ਤੋਂ ਬਣ ਜਾਣ, ਕੋਈ ਗੱਲ ਦੁਬਾਰਾ ਲਾਗੂ ਕੀਤੇ ਜਾਣ। ਹਾਂਜੀ ਤੇ ਜਿਹੜਾ ਸਰਕਾਰ ਦਾ ਅੜੀਅਰ ਰੁਪਈਆ ਆ ਉਹਨੂੰ ਤੁਸੀਂ ਕਿੱਦਾਂ ਲੈਂਦੇ ਹੋ? ਹਾਂਜੀ, ਸਰਕਾਰ ਦਾ ਜਿਹੜਾ ਅੜੀਅਰ ਰੁਪਈਆ ਆ ਉਹਨੂੰ ਤੁਸੀਂ ਕਿੱਦਾਂ ਲੈਂਦੇ ਹੋ? ਨਹੀਂ, ਇਹ ਤਾਂ ਬਹੁਤ ਮਾੜੀ ਗੱਲ ਆ। ਦੇਖੋ ਸਾਡਾ
ਦੇਸ਼ ਜਿਹੜਾ ਆ ਉਹ ਆਜ਼ਾਦ ਦੇਸ਼ ਆ ਔਰ ਵੋਟਾਂ ਨਾਲ ਹੀ ਆਪਾਂ ਇਹ ਸਰਕਾਰ ਬਣਾਉਣੇ ਆ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹੀ ਮੰਗ ਕਰ ਰਹੇ ਆ ਵੀ ਇਸ ਬਿੱਲ ਨੂੰ ਰੱਦ ਕੀਤਾ ਜਾਵੇ। ਔਰ ਜਿਸ ਕਿਸਾਨ ਦੇ ਵਾਸਤੇ ਤੁਸੀਂ ਇਹ ਬਿੱਲ ਬਣਾਇਆ ਜਦ ਉਹਨੂੰ ਮਨਜ਼ੂਰ ਹੀ ਨਹੀਂ, ਉਹਦੀ ਸਲਾਹ ਤੋਂ ਬਿਨਾਂ ਬਣਿਆ, ਤੇ ਇਹ ਬਿਲਕੁਲ ਨਜਾਇਜ਼ ਆ। ਇਹ ਥੋਪਿਆ ਜਾ ਰਿਹਾ ਬਿੱਲ, ਬਿਲਕੁਲ ਜੀ, ਕਾਰਪੋਰੇਟ ਘਰਾਣਿਆਂ ਵਾਸਤੇ ਇਹ ਬਿੱਲ ਬਣਾਇਆ ਜਾ ਰਿਹਾ। ਕੱਲ ਨੂੰ ਅਗਰ ਮੰਡੀਆਂ ਨਹੀਂ ਰਹੀਆਂ ਤੇ ਕਿਸਾਨ ਆਪਣਾ ਫਸਲ ਕਿੱਥੇ ਵੇਚੂਗਾ? ਕਿੱਥੇ ਵੇਚੂਗਾ? ਬਿਲਕੁਲ ਸਹੀ ਗੱਲ ਹੈ ਜੀ। ਤੇ ਉਹਦਾ ਮੁੜ ਕੇ ਜਾਈਏ ਮਜਬੂਰ ਕਰ ਦਿੱਤਾ ਜਾਊਗਾ ਉਹਨੂੰ। ਬਿਲਕੁਲ, ਇਹ ਤਾਂ ਜੋ ਬਿਹਾਰ ਦਾ ਹਾਲ ਆ, ਉੱਥੇ ਦੇ ਬੱਚੇ ਇੱਥੇ ਆ ਕੇ ਦੇਖੋ ਉਹਨਾਂ ਨੂੰ ਕਿੰਨੀ ਤੰਗੀਆਂ ਕੱਟਣੀਆਂ ਪੈਂਦੀਆਂ, ਇੱਥੇ ਆ ਕੇ ਦਿਹਾੜੀਆਂ ਕਰਦੇ ਆ। ਤੇ ਸਾਡੇ ਬੱਚਿਆਂ ਦਾ ਵੀ ਆਉਣ ਵਾਲਾ ਟਾਈਮ ਫਿਰ ਇਹੀ ਆ, ਤੇ ਸਾਡੇ ਬੱਚੇ ਵੀ ਜਿਹੜੇ ਆ ਉਹ ਦਿਹਾੜੀਆਂ ਕਰਨਗੇ ਜਾ ਕੇ ਬਾਹਰਲੇ ਸਟੇਟਾਂ ਦੇ ਵਿੱਚ ਜਾਂ ਕਿਤੇ ਹੋਰ ਦੇਸ਼ ਦੇ ਵਿੱਚ ਜਾ ਕੇ, ਜੋ ਕਿ ਇੱਕ ਲਹਿਰ ਬਣ ਚੁੱਕੀ। ਪਹਿਲਾਂ ਵੀ ਹਾਲਾਤ ਬਹੁਤ ਖਰਾਬ ਆ ਪੰਜਾਬ ਦੇ, ਤੇ ਬੱਚੇ ਜਿਹੜੇ ਆ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਹੈਗਾ। ਡਿਗਰੀਆਂ ਕਰਕੇ ਇੱਥੇ ਵਿਹਲੇ ਬੈਠੇ ਆ, ਉਹਨਾਂ ਨੂੰ 5-5 6-6 ਹਜ਼ਾਰ ਦੀਆਂ ਨੌਕਰੀਆਂ ਕਰਨੀਆਂ ਪੈ ਰਹੀਆਂ ਔਰ ਬਲੈਕ ਹੋ ਰਹੇ ਬੱਚੇ। 50-50 60-60 ਹਜ਼ਾਰ ਰੁਪਇਆ ਸਮੈਸਟਰ ਦੀ ਫੀਸ ਦੇ ਕੇ 5-6 ਹਜ਼ਾਰ ਰੁਪਏ ਤੇ ਉਹ ਲੱਗੇ ਹੋਏ ਆ। ਬਿਲਕੁਲ ਸਹੀ, ਕਿਸੇ ਨੂੰ ਤਾਂ ਉਹ ਵੀ ਨਹੀਂ ਮਿਲ ਰਹੀ ਜੀ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਤੁਹਾਡਾ ਕਾਲ ਕਰਨ ਲਈ। ਹੈਲੋ, ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੇ ਬਹੁਤ ਵਧੀਆ ਆਪਣੇ ਜਿਹੜੇ ਵਿਚਾਰ ਉਹ ਰੱਖੇ। ਮੇਨ ਗੱਲ ਤਾਂ ਇਹੀ ਕਿ ਜਿਹੜੀ ਉਹਨਾਂ ਨੇ ਗੱਲ ਇੱਕ ਕਲੀਅਰ ਕਰ ਦਿੱਤੀ ਕਿ ਪੰਜਾਬ ਦੇ ਹਾਲਾਤ ਜਿਹੜੇ ਪਹਿਲਾਂ ਹੀ ਇੰਨੇ ਮਾੜੇ ਨੇ, ਕਿਉਂਕਿ ਬੱਚੇ ਇੰਨੀ ਵਧੀਆ ਪੜ੍ਹਾਈ ਕਰਕੇ ਵੀ ਜਿਹੜੇ ਕਿ ਬੇਰੁਜ਼ਗਾਰ ਬੈਠੇ ਨੇ, ਉਹਨਾਂ ਨੂੰ ਜੌਬ ਨਹੀਂ ਮਿਲ ਰਹੀਆਂ। ਤੇ ਹੁਣ ਜਿਹੜਾ ਜੋ ਬਿੱਲ ਪਾਸ ਕੀਤੇ ਗਏ ਉਹਨਾਂ ਦਾ ਫਿਊਚਰ ਸਾਨੂੰ ਖੁਦ ਦਿਖ ਰਿਹਾ ਹੈ, ਇਸ ਲਈ ਅਸੀਂ ਉਸ ਵਿਰੋਧ ਦੇ ਵਿੱਚ ਬੈਠੇ ਹਾਂ। ਤੇ ਦੱਸਦੇ ਜਾਈਏ ਕਿ ਅੱਜ 17ਵਾਂ ਦਿਨ ਜਿਹੜਾ ਹੋ ਗਿਆ ਕਿ ਅਸੀਂ ਜਿਹੜਾ ਬਾਰਡਰ ਤੇ ਕਿਸਾਨ ਸੰਘਰਸ਼ ਕਰ ਰਹੇ ਨੇ, ਤੇ ਨਾਲ ਦੀ ਨਾਲ ਅੱਜ ਦਿੱਲੀ ਹਾਈਵੇ ਜਿਹੜਾ ਦਿੱਲੀ ਤੋਂ ਜੈਪੁਰ ਹਾਈਵੇ ਆ ਉਹ ਵੀ ਪੂਰੀ ਤਰ੍ਹਾਂ ਜਾਮ ਕਰ ਦੇਣਾ ਆ ਪੰਜਾਬੀਆਂ ਵੱਲੋਂ, ਕਿਸਾਨਾਂ ਵੱਲੋਂ। ਤੇ ਨਾਲ ਦੀ ਨਾਲ ਟੋਲ ਫ੍ਰੀ ਵੀ ਗਏ ਨਾ, ਜਿਹੜੇ ਪੂਰੇ ਦੇਸ਼ ਭਰ ਦੇ ਟੋਲ ਜਿਹੜੇ ਆ ਉਹ ਫ੍ਰੀ ਕਰਨ ਦੇ ਲਈ ਅੱਜ ਸੰਘਰਸ਼ ਚੱਲ ਰਿਹਾ ਆ ਜੀ। ਤੇ ਬਾਕੀ ਰਾਜਸਥਾਨ ਦੇ ਕਿਸਾਨ, ਯੂਪੀ ਦੇ ਕਿਸਾਨ ਜਾਂ ਹੋਰ ਪ੍ਰਦੇਸ਼ਾਂ ਦੇ ਕਿਸਾਨ ਜਿਹੜੇ ਨੇ, ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਟਾਈਮ ਉਹ ਕਿਸਾਨਾਂ ਦੇ ਨਾਲ, ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਰਲ ਕੇ ਜਿਹੜਾ ਆ ਉਹ ਸੰਘਰਸ਼ ਕਰ ਰਹੀਆਂ, ਤੇ ਅੱਜ ਹਰੇਕ ਜਗ੍ਹਾ ਦੇ ਉੱਤੇ ਜਿਹੜੇ ਆ ਚੱਲ ਰਹੇ ਨੇ। ਇਸ ਤੋਂ ਇਲਾਵਾ 14 ਤਰੀਕ ਨੂੰ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਨੇ ਉਹਨਾਂ ਦੇ ਉੱਤੇ ਜਿਹੜੇ ਆ ਘਰਾਓ ਕਰਨ ਦੀ ਜਾਂ ਧਰਨੇ ਦੇਣ ਦੀ ਗੱਲ ਕੀਤੀ ਜਾ ਰਹੀ ਆ, ਕਿਹਾ ਗਿਆ। ਤੇ ਇਸ ਤੋਂ ਇਲਾਵਾ 15 ਤਰੀਕ ਨੂੰ ਹੋ ਸਕਦਾ ਹੈ ਕਿ ਹਜੇ ਤੱਕ ਆਫੀਸ਼ੀਅਲ ਅਨਾਉਂਸ ਨਹੀਂ ਹੋਇਆ, ਲੇਕਿਨ ਗੈਰ ਰਸਮੀ ਤੌਰ ਦੇ ਉੱਤੇ ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ 15 ਤਰੀਕ ਨੂੰ ਹੋ ਸਕਦਾ ਹੈ ਕਿ ਸਰਕਾਰ ਔਰ ਕਿਸਾਨਾਂ ਦੇ ਵਿੱਚ ਦੁਬਾਰਾ ਤੋਂ ਬੈਠ ਕੇ ਗੱਲਬਾਤ ਹੋਵੇ ਤਾਂ ਕਿ ਇਹ ਮਸਲਾ ਕਿਸੇ ਸਿੱਟੇ ਤੱਕ ਪਹੁੰਚ ਸਕੇ। ਤੇ ਸਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਸਾਡੇ ਪੰਜਾਬੀਆਂ ਨੇ ਇਤਿਹਾਸ ਰਚ ਦਿੱਤਾ ਕਿ ਅਸੀਂ ਇਕੱਠੇ ਹਾਂ। ਜਿਹੜੀਆਂ ਕਈ ਇਦਾਂ ਦੀਆਂ ਪਾਰਟੀਆਂ ਹੈਗੀਆਂ ਸੀ ਜਾਂ ਫਿਰ ਕੋਈ ਜਿਹੜੇ ਕਹਿ ਲਓ ਕਿ ਮੌਕਾ ਪ੍ਰਸਤ ਲੋਕ ਹੁੰਦੇ ਆ ਨਾ, ਪਾੜ ਪਾਉਣ ਵਾਲੇ, ਉਹਨਾਂ ਨੂੰ ਇੰਨਾ ਤਾਂ ਸਾਬਤ ਕਰ ਦਿੱਤਾ ਕਿ ਅਸੀਂ ਇੱਕ ਆ, ਤੇ ਸਾਡੀਆਂ ਰਗਾਂ ਦੇ ਵਿੱਚ ਉਹ ਖੂਨ ਦੌੜ ਰਿਹਾ ਜਿਹੜੇ ਕਿ ਇਤਿਹਾਸ ਦੇ ਵਿੱਚ ਰੱਖਿਆ ਗਿਆ ਸੀ, ਹੈ ਨਾ। ਉੱਥੇ ਤੁਸੀਂ ਇਹ ਗੱਲ ਦੇਖ ਲਓ ਜੀ, ਮੈਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਜਿਹੜੇ ਆਪਾਂ ਵਿੱਚੋਂ ਉਦੋਂ ਕੱਟ ਦਿੱਤਾ ਸੀ ਕਿ ਬਜ਼ੁਰਗਾਂ ਦੇ ਨਾਲ ਜਦੋਂ ਗੱਲ ਹੋਈ ਆ, ਤੇ ਮੈਂ ਬਜ਼ੁਰਗਾਂ ਨੂੰ ਇਹੀ ਪੁੱਛਿਆ ਕਿ ਬਜ਼ੁਰਗੋ ਤੁਹਾਡੇ ਪੋਤੇ ਪੋਤੀਆਂ ਮਗਰ ਫੋਨ ਕਰਕੇ ਕਹਿੰਦੇ ਨਹੀਂ ਕਿ ਵੀ ਬਾਪੂ ਘਰ ਆ ਜਾ, ਵੀ ਤੇਰੇ ਨਾਲ ਖੇਡਣਾ ਆ ਜਾਂ ਕਿਤੇ ਆਪਾਂ ਜਾਣਾ ਹੈ ਜਾਂ ਕਿਤੇ ਆਣਾ, ਵੀ ਤੂੰ ਇੰਨੇ ਦਿਨ ਹੋ ਗਏ ਆਇਆ ਨਹੀਂ, ਮਿਲਿਆ ਨਹੀਂ। ਕਹਿੰਦਾ ਸਾਡੇ ਜਿਹੜੇ ਬਜ਼ੁਰਗ ਦਾ ਇਹੀ ਕਹਿਣਾ ਕਿ ਜੇ ਪੁੱਤ ਪੋਤੇ ਪੋਤੀਆਂ ਜਿਹੜੇ ਪਿੱਛੇ ਬੈਠੇ ਨੇ, ਘਰ ਦਾ ਦੇਖ ਰਹੇ ਨੇ, ਤਾਂ ਉਹਨਾਂ ਦਾ ਵੀ ਇਹੀ ਕਹਿਣੇ ਆ ਕਿ ਹੁਣ ਜਿੱਤ ਕੇ ਮੁੜਿਓ। ਬਿਲਕੁਲ, ਵੀ ਹੁਣ ਜਿਹੜੀ ਆ ਲੜਾਈ ਆਰ ਪਾਰ ਦੀ ਆ, ਜਿੱਤ ਕੇ ਮੁੜਿਓ। ਉਹਨਾਂ ਦੇ ਦੂਜੇ ਦੇ ਨਾਲ ਸਾਨੂੰ ਜਿਹੜਾ ਆ ਹੌਸਲਾ ਉਹ ਵੱਧ ਜਾਂਦਾ ਆ। ਇੱਕ ਬਜ਼ੁਰਗ ਦੇ ਨਾਲ ਮੇਰੀ ਉੱਥੇ ਗੱਲ ਹੋਈ ਕਿ ਜਿਹੜੀ ਉਦਣ ਝੜਪਾਂ ਹੋਈਆਂ, ਸਭ ਕੁਝ ਹੋਇਆ, ਉਹਦੇ ਵਿੱਚ ਮੇਰਾ ਮੋਬਾਈਲ ਜਿਹੜਾ ਆ ਉਹ ਡਿੱਗ ਪਿਆ। ਨਹੀਂ ਤਾਂ ਨਾਰਮਲ ਇਦਾਂ ਦੀ ਮੌਕੇ ਦੇ ਉੱਤੇ ਇਹ ਦੇਖਿਆ ਜਾਂਦਾ ਆ ਕਿ ਕਿਸੇ ਦਾ ਮੋਬਾਈਲ ਡਿੱਗ ਪਵੇ ਜਾਂ ਪਰਸ ਡਿੱਗ ਪਵੇ, ਕਦੀ ਕੋਈ ਨਹੀਂ ਮਿਲਦਾ। ਕਹਿੰਦਾ ਉਹ ਬੰਦਿਆਂ ਨੇ ਕਿਸੇ ਨੂੰ ਜਿਹਨੂੰ ਲੱਭਾ ਹੋਊਗਾ ਉਹਨੇ ਉਹ ਮੇਰਾ ਮੋਬਾਈਲ, ਮੇਰਾ ਉਹ ਗੁਰਦਾਸਪੁਰ ਦੇ ਏਰੀਆ ਦਾ ਸੀ ਬਜ਼ੁਰਗ, ਉਹ ਕਹਿੰਦਾ ਉਹਨੇ ਮੇਰਾ ਮੋਬਾਈਲ ਮੇਰੇ ਪਿੰਡ ਮੇਰੇ ਘਰ ਪਹੁੰਚਾਤਾ। ਨੰਬਰ ਤੋਂ ਉਹਨੇ ਵਿੱਚੋਂ ਦੇਖਿਆ, ਉੱਤੇ ਕਾਲ ਆਈ, ਉਹਨੇ ਨੰਬਰ ਤੇ ਕਾਲ ਕਰਕੇ ਉਹਨੇ ਐਡਰੈਸ ਲੈ ਲਿਆ, ਐਡਰੈਸ ਲੈ ਕੇ ਮੇਰਾ ਫੋਨ ਮੇਰੇ ਘਰ ਪਹੁੰਚਾ ਕੇ ਆਂਦਾ। ਤੇ ਮੇਰੇ ਘਰਦਿਆਂ ਨੇ ਦੁਬਾਰਾ ਜਦੋਂ ਮੈਂ ਉਹਨਾਂ ਨੂੰ ਇੱਕ ਵਾਰੀ ਫੋਨ ਕੀਤਾ ਤਾਂ ਉਹਨੇ ਕਿਹਾ ਕਿ ਤੁਹਾਡਾ ਫੋਨ ਉਹ ਘਰ ਆ ਕੇ ਦੇ ਗਏ ਆ। ਉਹਨਾਂ ਨੇ ਕਹਿੰਦਾ ਮੈਨੂੰ ਘਰੋਂ ਦੁਬਾਰਾ ਫੇਰ ਫੋਨ, ਗਰਮ ਕੱਪੜੇ, ਥੋੜੇ ਪੈਸੇ। ਮੈਂ ਕਿਹਾ ਜੀ ਪੈਸੇ ਤੁਹਾਡੇ ਕਿੱਥੇ? ਕਹਿੰਦਾ ਪੈਸਾ ਰੁਪਈਆ ਵੀ ਨਹੀਂ ਖਰਚ ਹੁੰਦਾ ਸਾਡਾ, ਕਿਤੇ 1 ਰੁਪਈਆ ਨਹੀਂ ਖਰਚ ਹੁੰਦਾ। ਉੱਥੇ ਉੱਥੇ ਤੁਸੀਂ ਇਹ ਦੇਖੋ ਮਨਪ੍ਰੀਤ ਕਿ ਜੇ ਮੱਛਰ ਆ, ਮੱਛਰ ਤੋਂ ਓਡੋਮਸ ਹਰ ਇੱਕ ਨੂੰ ਮਿਲਦੀ ਪਈ ਆ, ਟੁੱਥਪੇਸਟ, ਸਾਬਣ, ਤੇਲ। ਆਪਾਂ ਕਿਹੜੀ ਚੀਜ਼ ਦੀ ਲੋੜ ਬੰਦੇ ਨੂੰ ਪੈ ਸਕਦੀ ਹੈ? ਸਿਰ ਤੇ ਛੱਤ ਨਹੀਂ ਆ, ਬਾਕੀ ਸਾਰਾ ਕੁਝ ਚੱਪਲਾਂ ਤੱਕ। ਬਿਲਕੁਲ, ਚੱਪਲਾਂ ਤੱਕ ਵੀ ਜੇ ਕਿਸੇ ਨੇ ਕੋਈ ਜੁੱਤੀ ਪਾ ਕੇ ਆਇਆ, ਚੱਪਲਾਂ ਦੀ ਲੋੜ ਪੈਂਦੀ ਹੈ। ਚੱਪਲਾਂ ਤੱਕ ਹਰੇਕ ਚੀਜ਼ ਜਿਹੜੀ ਆ, ਪਿੰਨੀਆਂ ਦਾ ਤਾਂ ਇੰਨਾ ਲੰਗਰ ਆ ਕਿ ਲਿਫਾਫੇ 'ਚ 2-2 ਪਿੰਨੀਆਂ ਪਾ ਕੇ ਸਾਡੇ ਇਲਾਕੇ 'ਚ ਵੀ ਬਿਲਕੁਲ ਆਪਣੇ ਇਲਾਕੇ 'ਚ ਪਿੰਡਾਂ ਦੇ ਵਿੱਚ ਜਾ ਰਹੀ ਹੈ। ਪਹਿਲਾਂ ਸਾਡੇ ਕਾਲਰ ਜੁੜੇ ਨੇ ਤੇ ਆਪਾਂ ਚਰਚਾ ਜਾਰੀ ਰੱਖਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਦਸਰਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਵੀਰ ਹਰਪ੍ਰੀਤ ਸਿੰਘ ਸੋਨੂ, ਸ਼ਹਿਰ ਫਗਵਾੜੇ ਤੋਂ ਜੀ। ਹਾਂਜੀ ਹਾਂਜੀ ਸੋਨੂ ਜੀ, ਮੈਂ ਨਾ ਤੁਹਾਨੂੰ ਕਾਲ ਕਰਦਾ ਪਿਆ ਸੀ, ਤੁਹਾਡਾ ਨੰਬਰ ਮਿਲਦਾ ਨਹੀਂ ਸੀ ਪਿਆ ਮੈਨੂੰ, ਅੱਜ ਕੰਮ ਸੀ ਤੇ ਮੈਂ ਕਾਲ ਵੀ ਕਰਦਾ ਪਿਆ। ਦੇਖੋ ਮੈਂ ਤੁਹਾਨੂੰ ਯਾਦ ਕੀਤਾ, ਇਹ ਅੱਧਾ ਘੰਟਾ ਜਾਂ 1 ਘੰਟਾ ਪੁਰਾਣੀ ਗੱਲ ਹੋਣੀ ਹੈ ਤੇ ਤੁਸੀਂ ਇਹਨੂੰ ਕਹਿੰਦੇ ਜੀ ਦਿਲਾਂ ਨੂੰ ਦਿਲਾਂ ਦੇ ਰਾਹ। ਔਰ ਮੈਂ ਸਭ ਤੋਂ ਪਹਿਲਾਂ ਆਵਾਮ ਨੂੰ ਇਹ ਦੱਸਣ ਜਾ ਰਿਹਾ ਜੀ, ਜੋ ਬਸਰਾ ਸਾਹਿਬ ਤੁਸੀਂ ਡਿਊਟੀ ਨਿਭਾਈ ਹੈ ਇਸ ਅੰਦੋਲਨ ਦੇ ਵਿੱਚ, ਮੈਂ ਤੁਹਾਨੂੰ ਵੀ ਵਧਾਈ ਦਾ ਪਾਤਰ ਮੰਨਦਾ, ਕਿਉਂਕਿ ਸਾਡੇ ਹਰ ਇੱਕ ਸ਼ਖਸ ਦਾ ਫਰਜ਼ ਬਣਦਾ ਪੰਜਾਬੀਅਤ ਲਈ ਅਸੀਂ ਆਪਣੇ ਪੰਜਾਬ ਦੀ ਸਰਜ਼ਮੀਨ ਦੇ ਲਈ ਆਪਣਾ ਉੱਥੇ ਯੋਗਦਾਨ ਜ਼ਰੂਰ ਪਾਈਏ। ਸੋਨੂ ਜੀ, ਮੈਂ ਤੁਹਾਡੀਆਂ ਵੀ ਫੋਟੋ ਦੇਖੀਆਂ ਸੀਗੀਆਂ ਕਿ ਤੁਸੀਂ ਵੀ ਉੱਥੇ ਪਹੁੰਚੇ ਹੋਏ ਸੀ। ਚਲੋ ਮੈਂ ਤਾਂ ਆਪਣਾ ਜਿਹੜਾ ਆ ਇੱਕ ਮੀਡੀਆ ਪਰਸਨ ਹੋਣ ਦੇ ਨਾਤੇ ਵੀ, ਕਿਸਾਨ ਹੋਣ ਦੇ ਨਾਤੇ ਵੀ, ਇੱਕ ਪੰਜਾਬੀ ਹੋਣ ਦੇ ਨਾਤੇ ਵੀ ਜਿਹੜਾ ਸਾਰਾ ਦੱਸਦਾ ਪਿਆ, ਲੇਕਿਨ ਤੁਸੀਂ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ਹਿਰੂ ਪੰਜਾਬੀ ਹੋ, ਠੀਕ ਹੈ, ਦੁਕਾਨਦਾਰ ਹੋ। ਤੁਸੀਂ ਉੱਥੇ ਜਾ ਕੇ ਜੋ ਮਾਹੌਲ ਦੇਖਿਆ, ਤੁਹਾਡਾ ਕੀ ਕਹਿਣਾ ਆ? ਮੈਂ ਉੱਥੇ ਦੇ ਮਾਹੌਲ ਦੇ ਬਾਰੇ, ਤੁਸੀਂ ਵੈਸੇ ਜੋ ਹੁਣ ਵੀ ਮੈਂ ਤੁਹਾਨੂੰ ਸੁਣ ਰਿਹਾ ਸੀ, ਤੁਸੀਂ ਬਾਖੂਬੀ ਆਪਣਾ ਸਾਰਿਆਂ ਨੂੰ ਦਰਸਾ ਰਹੇ ਹੋ ਕਿਵੇਂ ਉੱਥੇ ਲੰਗਰ ਚੱਲ ਰਹੇ ਨੇ, ਲੋਕਾਂ ਦੇ ਉਤਸ਼ਾਹ ਨੂੰ। ਲੇਕਿਨ ਉੱਥੇ ਇੱਕ ਚੀਜ਼ ਜਿਹੜੀ ਮੈਂ ਆਪਣੇ ਇਸ ਤੁਹਾਡੇ ਪ੍ਰੋਗਰਾਮ ਇੱਕ ਨਜ਼ਰ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ, ਉਹ ਇਹ ਗੱਲ ਹੈ ਕਿ ਕਈ ਲੋਕ ਇਸ ਵੇਲੇ ਸਾਡੇ ਪੰਜਾਬੀਆਂ ਨੂੰ ਕਹਿ ਲਓ, ਸਾਡੀ ਆਵਾਮ ਨੂੰ ਗੁੰਮਰਾਹ ਕਰਨ ਦੇ ਲਈ ਬੜੀਆਂ ਕੋਝੀਆਂ ਹਰਕਤਾਂ ਕਰ ਰਹੇ ਨੇ। ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਇੱਕ ਗੱਲ ਇਹ ਸੁਨੇਹਾ ਪਹੁੰਚਾਉਣਾ, ਉਨੀ ਦੇਰ ਤੱਕ ਕੋਈ ਵੀ ਕਿਸੇ ਵੀ ਸੁਨੇਹੇ ਤੇ ਯਕੀਨ ਨਾ ਕਰੇ ਜਿੰਨੀ ਦੇਰ ਤੱਕ ਕੋਈ ਵੀ ਰਿਪਿਊਟਡ ਕਿਸੇ ਚੈਨਲ ਥਰੂ ਕੋਈ ਤੁਸੀਂ ਜਿਹੜੇ 31 ਮੈਂਬਰੀ ਕਮੇਟੀ ਆ ਕਿਸਾਨਾਂ ਦੀ, ਉਹਨਾਂ ਦੇ ਮੂੰਹੋਂ ਨਹੀਂ ਕੋਈ ਗੱਲ ਸੁਣਦੇ। ਬਿਲਕੁਲ, ਜਿਹੜੀ ਸਟੇਜ ਤੋਂ ਅਨਾਉਂਸ ਨਹੀਂ ਹੁੰਦੀ ਉੱਥੋਂ। ਹਾਂ, ਕਿਉਂਕਿ ਐਵੇਂ ਮੈਂ ਕਹਿ ਦਵਾਂ ਭੈਣੇ ਪਤਾ ਨਹੀਂ ਕਿਹੜੇ ਪਿੰਡ ਕਿੰਨੇ ਬੰਦਿਆਂ ਨੇ ਕਿੰਨੇ ਬੰਦੇ ਮਾਰਤੇ, ਮੈਨੂੰ ਪਤਾ ਨਹੀਂ ਕੌਣ ਦੱਸ ਗਿਆ, ਏਦਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ, ਕਿਉਂਕਿ ਅੰਦੋਲਨ ਸਾਡਾ ਬੜਾ ਸਤਿਗੁਰ ਦੀ ਕਿਰਪਾ ਦੇ ਨਾਲ ਬੜਾ ਸੰਘਰਸ਼ਪੂਰਨ ਹੋ ਰਿਹਾ ਹੈ ਔਰ ਜਿੱਤਾਂਗੇ ਇਸ ਗੱਲ ਨੂੰ, ਠੀਕ ਹੈ ਨਾ। ਲੇਕਿਨ ਆਪਾਂ ਉਹਨਾਂ ਮਤਲਬ ਕੁਝ ਬੰਦਿਆਂ ਤੋਂ ਬਚੀਏ ਜਿਹੜੇ ਕੂੜ ਰਾਜਨੀਤੀ ਇਹਦੇ ਵਿੱਚ ਇੱਕ ਹੋਛੀ ਰਾਜਨੀਤੀ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰਨ ਦੇ ਰਹੇ। ਆਪਾਂ ਗੁੰਮਰਾਹ ਨਹੀਂ ਹੋਣਾ, ਸਭ ਤੋਂ ਵੱਡਾ ਮੈਂ ਇਹੀ ਆਵਾਮ ਨੂੰ ਸੁਨੇਹਾ ਦੇਣਾ ਚਾਹੁੰਦਾ। ਬਿਲਕੁਲ ਜੀ, ਬਿਲਕੁਲ। ਤੇ ਉਹਦਾ ਮਾਹੌਲ ਕਿਦਾਂ ਲੱਗਾ ਜੀ ਉੱਥੇ ਜਾ ਕੇ ਤੁਸੀਂ ਦੇਖਿਆ? ਮਾਹੌਲ ਮੈਂ ਕਹਿੰਦਾ ਜੀ ਸੱਚੇ ਪਾਤਸ਼ਾਹ ਦੀ ਰਹਿਨੁਮਾ ਉੱਥੇ ਇੰਨੀ ਹੈ, ਜਿੱਥੇ ਸਤਿਗੁਰੂ ਦੇ ਜਕਾਰੇ ਗੂੰਜਦੇ ਹੋਣ, ਜਿੱਥੇ ਸੰਗਤ ਦਾ ਪ੍ਰਵਾਹ ਚੱਲ ਪਵੇ, ਸੰਗਤ ਦੀ ਇੰਨੀ ਉੱਥੇ ਆਮਦ ਹੋ ਜਾਵੇ, ਉੱਥੋਂ ਤਾਂ ਬਸਰਾ ਸਾਹਿਬ ਉਹਨਾਂ ਦੀ ਸੀ ਦਿਲ ਕਰਦਾ। ਲੇਕਿਨ ਹਰ ਬੰਦਾ, ਮੈਂ ਕਹਿੰਦਾ ਹਰ ਬੰਦੇ ਨੂੰ, ਔਰ ਮੈਂ ਖੁਸ਼ ਨਸੀਬ ਹਾਂ, ਮੈਨੂੰ ਉੱਥੇ ਭੇਜਣ ਵਾਲਾ ਕੌਣ ਹੈ, ਮੇਰੀ ਮਤਲਬ 12 ਸਾਲ ਦੀ ਬੱਚੀ, ਮੈਨੂੰ ਉਹਨੇ ਕਿਹਾ ਕਿ ਪਾਪਾ ਤੁਸੀਂ ਹਮੇਸ਼ਾ ਹਰ ਕੰਮ ਵਿੱਚ ਅੱਗੇ ਰਹਿੰਦੇ ਹੋ, ਤੁਸੀਂ ਉੱਥੇ ਜ਼ਰੂਰ ਜਾ ਕੇ ਆਓ। ਮਤਲਬ ਮੇਰੇ ਪਰਿਵਾਰ ਨੇ ਮੈਨੂੰ ਭੇਜਿਆ। ਔਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ, ਇਹ ਸਾਡੀ ਪੰਜਾਬੀਅਤ ਦਾ ਮਸਲਾ, ਸਾਡੀ ਸਰਜ਼ਮੀਨ ਦਾ ਮਸਲਾ, ਇਸ ਭਾਰਤ ਦੇਸ਼ ਦੀ ਜ਼ਮੀਨ ਦਾ ਮਸਲਾ, ਸਾਨੂੰ ਆਪਣੇ ਵੱਲੋਂ ਪਿੱਛੇ ਨਹੀਂ ਹਟਣਾ ਚਾਹੀਦਾ। ਚਾਹੇ ਭਾਵੇਂ 1 ਦਿਨ ਲਈ ਜਾਓ, 2 ਦਿਨ ਲਈ ਜਾਓ, ਮੇਰੇ ਹਿਸਾਬ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਉਪਰਾਲਾ ਤੁਹਾਡੇ ਆਪਣੇ ਸੈਲਫ ਡਿਗਨਿਟੀ ਦਾ ਹੋਏਗਾ ਵੀ ਮੈਂ ਜਿਸ ਅੰਨ ਦੇ ਨਾਲ ਅੱਜ ਤੱਕ ਆਪਣਾ ਆਪ ਇੰਨਾ ਪਾਲਿਆ, ਉਸ ਅੰਨ ਦੀ ਖਾਤਰ ਮੈਂ ਉੱਥੇ ਆਪਣਾ ਯੋਗਦਾਨ ਦਿੱਤਾ। ਬਿਲਕੁਲ। ਤੇ ਇਹਦੇ ਨਾਲ ਹੀ ਮੈਂ ਗੱਲ ਜੋੜਨੀ ਚਾਹੁੰਦਾ ਸੋਨੂ ਜੀ, ਕਿ ਅੱਜ ਸਵੇਰੇ ਮੈਨੂੰ ਮੇਰੀ ਬੇਟੀ ਨੇ ਕਿਹਾ ਕਿ ਡੈਡੀ ਹੁਣ ਤੁਸੀਂ ਕਦੋਂ ਜਾਣਾ? ਮੈਂ ਕਿਹਾ ਮੈਂ 1 ਦਿਨ 'ਚ ਦੁਬਾਰਾ ਫਿਰ ਚਲਾ ਜਾਣਾ। ਤਾਂ ਉਹਨੇ ਸਪੈਸ਼ਲ ਇਹ ਕਿਹਾ ਕਿ ਮੈਨੂੰ ਤੁਸੀਂ ਨਾਲ ਲੈ ਕੇ ਜਾਈਓ। ਮੇਰੇ ਬੱਚਿਆਂ ਨੇ ਮੈਨੂੰ ਕਿਹਾ ਕਿ ਮੈਨੂੰ ਤੁਸੀਂ ਨਾਲ ਲੈ ਕੇ ਜਾਈਓ, ਮੈਂ ਵੀ ਉੱਥੇ ਜਾਣਾ ਚਾਹੁੰਦੀ, ਮੈਂ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਈਵਨ ਸਰ ਮੈਂ ਹੁਣ ਔਨ ਰਿਕਾਰਡ ਵੀ ਤੁਹਾਨੂੰ ਮਤਲਬ ਦੱਸ ਸਕਦਾ, ਇਸ ਵੇਲੇ ਵੀ ਮੇਰੀ ਦੁਕਾਨ ਤੇ 2-3 ਲੇਡੀਜ਼ ਆਈਆਂ ਨੇ, ਟੀਚਰਸ ਨੇ, ਕੋਈ ਜੁਐਲਰੀ ਦੀ ਜਿੱਦਾਂ ਪਰਚੇਜ਼ਿੰਗ ਕਰਨੇ ਨੂੰ, ਉਹ ਖੁਦ ਕਹਿ ਰਹੀਆਂ ਪਰ ਸਾਡਾ ਵੀ ਟੀਚਰਸ ਦਾ ਦਿਲ ਕਰਦਾ ਅਸੀਂ ਉਸ ਅੰਦੋਲਨ ਦਾ ਹਿੱਸਾ ਬਣੀਏ। ਕਿਉਂਕਿ ਜਿਹੜੀ ਸੱਚਾਈ ਹੁੰਦੀ ਹੈ ਨਾ ਜੀ, ਉਹਨੂੰ ਬਿਆਨ ਕਰਨ ਦੇ ਲਈ ਤੁਹਾਨੂੰ ਕਈ ਮਤਲਬ ਇਹ ਨਹੀਂ ਕਿ ਸੱਚ ਬੋਲਣ ਲਈ 10 ਸਾਲਾਂ ਬਾਅਦ ਵੀ ਉਹੀ ਰਹਿੰਦਾ, ਜਿਹੜਾ ਝੂਠ 10 ਮਿੰਟਾਂ ਬਾਅਦ ਵੀ ਬਦਲਣਾ ਪੈਂਦਾ। ਅਸੀਂ ਸਾਰੇ ਪੰਜਾਬੀਅਤ ਔਰ ਮੈਂ ਕਹਿੰਦਾ ਸਾਰੇ ਸੱਚ ਦੇ ਨਾਲ ਖੜੇ ਔਰ ਸੱਚ ਹਮੇਸ਼ਾ ਜਿੱਤਦਾ। ਅੱਜ ਮੈਂ ਇੱਕ ਸ਼ਰਮਸਾਰ ਲਫ਼ਜ਼ਾਂ ਨਾਲ ਇਹ ਗੱਲ ਕਹਿਣਾ, ਮੋਦੀ ਸਾਹਿਬ ਨੂੰ ਇੰਨਾ ਰਾਤੀ ਦੇਖ ਲਓ ਮੀਂਹ ਪਿਆ, ਉਹ ਨਹੀਂ ਦੱਸਿਆ ਸਾਡੇ ਕਿਸਾਨ ਉੱਥੇ ਕਿੱਦਾਂ ਰਹੇ ਹੋਣਗੇ। ਸਾਨੂੰ ਕੋਈ ਫਰਕ ਨਹੀਂ, ਲੇਕਿਨ ਮੋਦੀ ਸਾਹਿਬ ਦਾ ਇਹ ਜ਼ਰੂਰੀ ਸੀ ਕਿ ਅੰਬਾਨੀ ਦੇ ਘਰ ਪੋਤਾ ਪੈਦਾ ਹੋਇਆ, ਉੱਥੇ ਜ਼ਰੂਰ ਉਹਨੂੰ ਸ਼ਗਨ ਦੇਣ ਜਾਣਾ। ਹਾਂ, ਸ਼ਗਨ ਦੇਣ ਜਾਣਾ। ਬੜੀ ਸ਼ਰਮਨਾਕ ਮਤਲਬ ਮੈਂ ਗੱਲ ਕਹਿਣਾ, ਕਿੰਨੇ ਇਸ ਸੰਘਰਸ਼ ਦੇ ਵਿੱਚ ਸਾਡੇ ਵੀਰ ਕਿਸਾਨ ਰੱਬ ਨੂੰ ਪਿਆਰੇ ਹੋ ਗਏ, ਉਹਨਾਂ ਨੂੰ ਕੋਈ ਫਿਕਰ ਨਹੀਂ। ਜਿਹੜੇ ਐਡੇ ਬੱਚੇ ਆਪਣੀਆਂ ਆਨਲਾਈਨ ਕਲਾਸਾਂ ਵੀ ਉੱਥੇ ਜਾ ਕੇ ਲਾ ਰਹੇ ਨੇ, ਉਹਨਾਂ ਦਾ ਕੋਈ ਫਿਕਰ ਨਹੀਂ। ਲੇਕਿਨ ਇਹ ਅੰਬਾਨੀ ਦੇ ਪੋਤੇ ਨੂੰ ਸ਼ਗਨ ਦੇਣਾ ਬਹੁਤ ਜ਼ਰੂਰੀ ਸੀ। ਬਹੁਤ ਲਾਹਨਤ ਵਾਲੀ ਗੱਲ ਆ। ਮੈਂ ਕਹਿੰਦਾ ਜਿੰਨੀ ਸਾਨੂੰ ਖੁਸ਼ੀ ਹੋਈ ਸੀ ਨਾ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਦਾ ਦੇਖ ਕੇ, ਅੱਜ ਉਹਦੀ ਵੱਡੀ ਸਾਨੂੰ ਮੈਂ ਕਹਿੰਦਾ ਖਾਸ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਆ ਵੀ ਮੈਂ ਉਸ ਦੇਸ਼ ਦਾ ਵਾਸੀ ਆ, ਜਿਸ ਦੇਸ਼ ਦਾ ਇੱਕ ਅਨਰਿਸਪੌਂਸਿਬਲ PM ਹੋਵੇ, ਜਿਹਨੂੰ ਆਪਣੇ ਦੇਸ਼ ਦੇ ਕਿਸਾਨਾਂ ਦੀ ਮੰਦਹਾਲੀ ਦਾ ਕੋਈ ਵੀ ਵਰਣਨ ਨਹੀਂ ਹੈਗਾ। ਬਿਲਕੁਲ ਜੀ, ਠੀਕ ਹੈ ਜੀ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਇੱਕ ਬਹੁਤ ਵੱਡੇ ਛੁਪੇ ਰੁਸਤਮ ਨੇ ਸੋਨੂ ਭਾਜੀ, ਇਹ ਜਿਹੜੇ ਨੇ ਇਹਨਾਂ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਇੱਕ ਬਾਅਦ 'ਚ ਮੈਂ ਪ੍ਰੋਗਰਾਮ ਦੇਵਾਂਗਾ, ਜਿਹਦੇ ਵਿੱਚ ਇਹਨਾਂ ਨੂੰ ਦੱਸਾਂਗਾ। ਤੇ ਇੱਕ ਜੋ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਵਾਇਰਲ ਹੋ ਰਿਹਾ, ਉਹ ਉਹਦੇ ਵਿੱਚ ਇੱਕ ਇਹਨਾਂ ਦਾ ਬਹੁਤ ਅਹਿਮ ਰੋਲ ਆ, ਉਹ ਆਪਣੇ ਅਸੀਂ ਦਰਸ਼ਕਾਂ ਨੂੰ ਇੱਕ ਅਲੱਗ ਜਿਹੜਾ ਆ ਇੱਕ ਨਿਊਜ਼ ਦੇ ਥਰੂ ਅਸੀਂ ਜ਼ਰੂਰ ਦਿਖਾਵਾਂਗੇ।
ਤੇ ਤੁਸੀਂ ਜਾਣਦੇ ਹੋ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਕਿਸਾਨ ਅੰਦੋਲਨ ਦੇ ਬਾਰੇ ਵਿੱਚ। ਤੁਹਾਡੇ ਕੀ ਵਿਚਾਰ ਨੇ? ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਟੈਲੀਫੋਨ ਕਰ ਸਕਦੇ ਹੋ। ਨੰਬਰ ਹੈ ਜੀ 01824508709 ਤੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਸਰ ਆਪਣੀ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖੀਏ ਕਿ ਜਿਵੇਂ ਸੰਘਰਸ਼ ਚੱਲ ਰਿਹਾ ਹੈ ਨਾ, ਤੇ ਪਹਿਲਾਂ ਅਸੀਂ ਜਦੋਂ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਆ ਉਹ ਕਿਸੇ ਹੋਰ ਪਾਸੇ ਨੂੰ ਤੁਰ ਪਏ ਨੇ ਕਿ ਗੀਤ ਇਦਾਂ ਦੇ ਆ ਰਹੇ ਨੇ, ਭੜਕਾਊ ਗੀਤ ਆ ਰਹੇ ਨੇ, ਪਰ ਉਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ। ਰਾਤੋਂ ਰਾਤ ਇਦਾਂ ਦੇ ਗਾਣੇ ਉਹਨਾਂ ਨੇ ਕੱਢੇ ਆ ਨਾ ਕਿ ਕਹਿ ਲੋ ਕਿ ਬੰਦੇ ਦੇ ਅੰਦਰੋਂ ਜੁਰਤ ਜਗਾਉਂਦੇ ਨੇ। ਇੱਕ ਮਨਪ੍ਰੀਤ ਗੱਲ ਹੈ ਕਿ ਇੱਕ ਸੰਗੀਤ ਜਿਹੜਾ ਹੈ ਨਾ, ਸੰਗੀਤ ਤੇ ਗੁਰਬਾਣੀ ਜੀ ਹਰ ਸਮੇਂ ਹਰ ਚੀਜ਼ ਲਈ, ਹਰ ਮਾਹੌਲ ਲਈ, ਹਰ ਚੀਜ਼ ਜਿੱਦਾਂ ਆਪਾਂ ਕਹ ਲਈਏ ਕਿ ਖੁਸ਼ੀ, ਗਮੀ, ਜੋਸ਼, ਜਿੱਦਾਂ ਦਾ ਮਰਜ਼ੀ ਤੁਸੀਂ ਟਾਈਮ ਹੋਵੇ, ਇਹਦੇ ਵਿੱਚ ਜੋ ਕੁਛ ਆ ਦੋਨਾਂ ਦੇ ਵਿੱਚ ਸੰਪੂਰਨਤਾ ਆ। ਬਿਲਕੁਲ ਠੀਕ ਹੈ। ਸੰਗੀਤ ਦੀ ਆਪਾਂ ਅਗਰ ਗੱਲ ਕਰਦੇ ਆ, ਮੇਰੀ ਖੁਦ ਉੱਥੇ ਕਨਵਰ ਗਰੇਵਾਲ ਹੋਣਾ ਨਾਲ ਗੱਲ ਹੋਈ, ਵੀਰ ਸਿੰਘ ਹੋਣਾ ਨਾਲ ਗੱਲ ਹੋਈ ਜਾਂ ਹੋਰ ਹੋਈ ਤੇ ਡਿਸਕਸ਼ਨ ਵੀ ਹੋਈਆਂ। ਉੱਥੇ ਜਾ ਕੇ ਇਹੀ ਗੱਲ ਹੋਈ ਕਿ ਬਈ ਪਹਿਲਾਂ ਸੰਗੀਤ ਜਿਹੜਾ ਸੀ ਉਹ ਬਦਨਾਮ ਹੋ ਰਿਹਾ ਸੀ ਪੰਜਾਬ ਦਾ, ਕਿ ਜਿੱਥੇ ਹਥਿਆਰਾਂ ਤੋਂ ਥੱਲੇ, ਨਸ਼ੇ ਤੋਂ ਥੱਲੇ, ਚਿੱਟਾ, ਪਲਾਨਾ, ਧਮਕਾਨਾ, ਮੁੰਡੇ ਸਾਡੇ ਨਸ਼ੇੜੀ, ਮੈਂ ਚਿੱਟਾ ਉੱਥੋਂ ਵੇਚਦਾ, ਇੱਥੇ ਵੇਚਦਾ, ਮੈਂ ਚਿੱਟਾ ਪੀਣਾ, ਬੜੇ ਸ਼ਾਨ ਦੇ ਨਾਲ ਕਿਹਾ ਜਾਂਦਾ ਸੀ, ਮੈਂ ਗੈਂਗਸਟਰ ਆ, ਮੈਂ ਗੋਲੀਆਂ ਚਲਾਉਣਾ ਆ, ਮੈਂ ਬੰਦੇ ਮਾਰਦਾ, ਮੈਂ ਭੜਕਾ ਦਿੰਦਾ, ਉਹ ਕਰ ਦਿੰਦਾ। ਇਹ ਗੱਲਾਂ ਕੀਤੀਆਂ ਜਾਂਦੀਆਂ ਸੀ, ਕਿੱਥੇ ਨੌਜਵਾਨ ਪੀੜ੍ਹੀ ਨੂੰ ਉਲਟ ਪਾਸੇ ਲਗਾਇਆ ਜਾਂਦਾ ਸੀ। ਲੇਕਿਨ ਅੱਜ ਜੇ ਕਿਸਾਨ ਸੰਘਰਸ਼ ਦੇ ਵਿੱਚ ਸੰਗੀਤ ਦੀ ਜਿਹੜੀ ਆ ਅਹਿਮ ਭੂਮਿਕਾ, ਮੈਂ ਇਹ ਕਹਿ ਸਕਦਾ ਕਿ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣ ਲਈ ਸੰਗੀਤ ਦੀ ਅਹਿਮ ਭੂਮਿਕਾ ਆ। ਉੱਥੇ ਦੇਖੋ ਜਿਹੜੇ ਗਾਣੇ ਹੁਣ ਆ ਰਹੇ ਨੇ ਜੋਸ਼ ਵਾਲੇ, ਤੇ ਨਾਲ ਦੀ ਨਾਲ ਜਾਗਰੂਕਤਾ ਵਾਲੇ ਆ ਰਹੇ ਨੇ। ਸੋਸ਼ਲ ਮੀਡੀਆ ਦੀ ਕੋਈ ਸਾਈਟ ਹੋਵੇ, ਕੁਝ ਹੋਵੇ ਜਿੱਥੋਂ ਅਸੀਂ ਗਾਣੇ ਡਾਊਨਲੋਡ ਕਰਦੇ ਆ, ਤੁਹਾਨੂੰ ਸਿਰਫ ਤੇ ਸਿਰਫ ਕਿਸਾਨੀ ਵਾਲੇ ਗਾਣੇ ਮਿਲਣਗੇ। ਕਿਸਾਨੀ ਵਾਲੇ, ਅੱਛਾ, ਤੇ ਉਹ ਮਿਲਣਗੇ ਤੇ ਨਾਲ ਦੀ ਨਾਲ ਉਹਦੇ ਨਾਲ ਨੌਜਵਾਨਾਂ ਵਿੱਚ ਜਿਹੜਾ ਆ ਇੱਕ ਅਲੱਗ ਜੋਸ਼ ਜਿਹੜਾ ਆ ਉਹ ਭਰ ਜਾਂਦਾ ਜੀ। ਤੇ ਸਾਡੇ ਕੋਲ ਕਾਲਰ ਜੁੜੇ ਨੇ, ਅਸੀਂ ਆਪਣੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ। ਕੌਣ ਗੱਲ ਕਰ ਰਹੇ ਹੋ ਜੀ? ਮੈਂ ਪਰਸ਼ੋਤਮ ਫਲੋਰ ਗੱਲ ਕਰ ਰਿਹਾ ਜੀ। ਨੌਜਵਾਨ ਪੀੜ੍ਹੀ ਆਪਣੇ ਕੋਲ ਪਹੁੰਚ ਚੁੱਕੀ ਹੈ। ਹਾਂਜੀ, ਇਹ ਪਹਿਲੇ ਵੀ ਨੌਜਵਾਨੀ ਸੀ ਜੀ, ਤੇ ਇਹਨਾਂ ਦੀ ਵੀ ਹਾਜ਼ਰੀ ਜਿਹੜੀ ਹੈ ਜ਼ਰੂਰੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਪਰਸ਼ੋਤਮ ਜੀ ਅੱਜ ਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਲੋਕ ਅੱਜ, ਚਾਹੇ ਉਹ ਬੱਚੇ ਨੇ, ਨੌਜਵਾਨ ਨੇ, ਬਜ਼ੁਰਗ ਨੇ, ਜਿਹੜਾ ਵੀ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ, ਚਾਹੇ ਉਹ ਮੀਡੀਆ ਦੇ ਮਾਧਿਅਮ ਰਾਹੀਂ, ਚਾਹੇ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਆਪਣੀ ਲੜਾਈ ਉੱਥੇ ਦਿੱਲੀ ਪਹੁੰਚ ਕੇ ਲੜ ਰਿਹਾ, ਸਾਰਿਆਂ ਨੂੰ ਦਿਲੋਂ ਸਲਾਮ ਕਰਦਾ। ਔਰ ਅਗਲੀ ਗੱਲ, ਆਪਾਂ ਜਦੋਂ ਗੱਲ ਹੁਣੇ ਕਰ ਹੀ ਰਹੇ ਸੀਗੇ ਪੰਜਾਬ ਦੇ ਸਿੰਗਰਾਂ ਬਾਰੇ, ਮੈਨੂੰ ਬੜਾ ਚੰਗਾ ਲੱਗਿਆ ਸੀ ਜਦੋਂ ਸ਼ੁਰੂਆਤ ਦੇ ਵਿੱਚ ਜਿਹੜੇ ਪੰਜਾਬ ਦੇ ਸਿੰਗਰ ਆ ਸਾਰੇ ਇਕੱਠੇ ਹੋਏ, ਇੱਕ ਪਲੇਟਫਾਰਮ ਦੇ ਉੱਪਰ ਇਕੱਤਰ ਹੋਏ। ਹੈਲੋ, ਆਵਾਜ਼ ਸੁਣ ਰਿਹਾ ਜੀ? ਜੀ, ਹਾਂਜੀ ਹਾਂਜੀ। ਜਦੋਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਤੇ ਸਾਰਿਆਂ ਦਾ ਜਿਹੜਾ ਮੁੱਦਾ ਸੀ ਉਹ ਇੱਕੋ ਇੱਕ ਕਿਸਾਨੀ ਨੂੰ ਲੈ ਕੇ ਸੀ। ਪਰ ਮੈਨੂੰ ਪਰਸੋਂ ਦੀ ਗੱਲ ਹੈ ਕਿ ਚਲੋ ਮੈਂ ਕਿਸੇ ਉਹਦਾ ਨਾਮ ਨਹੀਂ ਲਊਂਗਾ, ਤੁਸੀਂ ਸਾਰੇ ਸਮਝਦਾਰ ਹੋ ਤੇ ਜਿਹੜੇ ਸੁਣਨ ਵਾਲੇ ਲੋਕ ਆ ਉਹ ਵੀ ਸਮਝਦਾਰ ਆ, ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਕਿਸ ਦੇ ਰਿਗਾਰਡਿੰਗ ਗੱਲ ਕਰ ਰਿਹਾ। ਇੱਕ ਇੰਟਰਵਿਊ ਦੇਖ ਰਿਹਾ ਸੀ ਮੈਂ ਪੰਜਾਬੀ ਕਿਸੇ ਚੈਨਲ ਤੋਂ, ਉਹਦੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਇੱਕ ਅਦਾਕਾਰ ਹੈ, ਇੱਕ ਕਲਾਕਾਰ ਹੈ, ਤੇ ਉਹਦਾ ਜਿਹੜਾ ਇੰਟਰਵਿਊ ਸੀ ਉਹਨੇ ਮੈਨੂੰ ਬਿਲਕੁਲ ਨਿਰਾਸ਼ ਕੀਤਾ, ਕਿਉਂਕਿ ਜਦੋਂ ਅੱਜ ਤੋਂ 2-3 ਮਹੀਨੇ ਪਹਿਲਾਂ ਤੋਂ ਸੰਘਰਸ਼ ਸ਼ੁਰੂ ਹੋ ਰਿਹਾ ਤੇ ਉਹ ਬਹੁਤ ਚੰਗੇ ਤਰੀਕੇ ਨਾਲ ਉੱਭਰ ਕੇ ਸਾਹਮਣੇ ਆਇਆ, ਤੇ ਪਰ ਮੈਂ ਜਦੋਂ ਦੀ ਉਸ ਦਿਨ ਦੀ ਇੰਟਰਵਿਊ ਦੇਖੀ ਤੇ ਮੈਂ ਬੜਾ ਨਿਰਾਸ਼ ਹੋਇਆ। ਠੀਕ ਹੈ ਜੀ। ਕਿਉਂਕਿ ਉਹਦੀਆਂ ਉਹਦੀਆਂ ਸ਼ਾਇਦ ਆਪਣਾ ਕੋਈ ਸੰਘਰਸ਼ ਨੂੰ ਦੇਖਣ ਦਾ ਤਰੀਕਾ ਹੋਏਗਾ, ਪਰ ਉਹਦਾ ਮੈਨੂੰ ਗੱਲ ਇਸ ਕਰਕੇ ਮਾੜੀ ਲੱਗੀ ਕਿ ਉਹਦਾ ਕਹਿਣ ਦਾ ਭਾਵ ਇਹ ਸੀਗਾ ਕਿ ਅਸੀਂ ਆਲਮੋਸਟ ਜਿੱਤ ਗਏ ਆ, ਸਾਨੂੰ ਆਪਣੀ ਜਿਹੜੀ ਜਿੱਤ ਆ ਉਹ ਡਿਕਲੇਅਰ ਕਰ ਦੇਣੀ ਚਾਹੀਦੀ ਆ। ਪਰ ਮੈਨੂੰ ਉਸ ਬੁਰਾ ਇਸ ਕਰਕੇ ਲੱਗਿਆ ਕਿਉਂਕਿ ਜੇ ਵਿਚਲੇ ਰਾਹ ਤੇ ਸਾਰਾ ਕੁਝ ਸੌਟ ਆਊਟ ਹੋ ਜਾਂਦਾ ਹੁੰਦਾ ਤਾਂ ਸ਼ਾਇਦ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਬੱਚਿਆਂ ਦੀ ਕੁਰਬਾਨੀ ਨਾ ਦੇਣੀ ਪੈਂਦੀ, ਸ਼ਾਇਦ ਸ਼ਹੀਦ ਭਗਤ ਸਿੰਘ ਨੂੰ ਜਿਹੜੀ ਫਾਂਸੀ ਦਾ ਰਸਤਾ ਨਾ ਚੁੰਮਣਾ ਪੈਂਦਾ, ਸ਼ਾਇਦ ਕਰਤਾਰ ਸਿੰਘ ਸਰਾਭਾ ਜਿਹੜਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੋਇਆ ਉਹਨਾਂ ਨੂੰ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ। ਇਸ ਕਰਕੇ ਜਿਹੜੇ ਲੋਕ ਲੜ ਰਹੇ ਆ ਉਹ ਜਥੇਬੰਦੀਆਂ ਦੇ ਜਿਹੜੇ ਆਗੂ ਆ, ਜਿਹੜੇ ਵੀ ਉੱਥੇ ਆਗੂ, ਹਰ ਕਿਸੇ ਦਾ ਜਿਹੜਾ ਕਿਰਦਾਰ ਹੈ ਨਾ, ਜਦੋਂ ਅਸੀਂ ਉਹਨਾਂ ਦੀ ਬੈਕਗਰਾਉਂਡ ਦੇਖਦੇ ਹਾਂ ਤਾਂ ਹਰ ਕਿਸੇ ਦਾ ਆਪਣਾ ਇੱਕ ਬਹੁਤ ਵੱਡਾ ਇਤਿਹਾਸ ਆ। ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਆਪਣੀ ਗੱਲ ਖਤਮ ਕਰ ਦੇਣੀ ਆ, ਕਿਉਂਕਿ ਜਿਹੜੇ ਲੋਕ ਉੱਥੇ ਗਵਾਹੀ ਕਰ ਰਹੇ ਜਥੇਬੰਦੀਆਂ ਦੇ ਆਗੂ, ਉਹਨਾਂ ਦੇ ਕਿਰਦਾਰ ਤੇ ਸ਼ੱਕ ਕਰਨਾ ਬਿਲਕੁਲ ਵੀ ਨਹੀਂ ਚਾਹੀਦਾ, ਕਿਉਂਕਿ ਮੈਂ ਚਲੋ ਸਾਰਿਆਂ ਦਾ ਕਿਰਦਾਰ ਆ, ਸਾਰਿਆਂ ਦਾ ਆਪਣਾ ਇੱਕ ਇਤਿਹਾਸ ਆ ਇੱਕ ਨਾਲ ਜੁੜਿਆ ਹੋਇਆ। ਫਿਰ ਮੈਂ ਇੱਕ ਤੋਂ ਨਾਮ ਲਊਂਗਾ,
ਉਦਾਹਰਨ ਦੇ ਤੌਰ ਤੇ ਮੈਂ ਜੇ ਗੱਲ ਕਰਾਂ ਕਾਂਗਰਸ ਕੁਲਵੰਤ ਸੰਧੂ ਰੋਕੇ ਵਾਲੇ ਜਿਹੜੇ ਸਾਡੇ ਏਰੀਆ ਦੇ ਵੀ ਆ, ਉਹਨਾਂ ਦਾ ਵਿਦਿਆਰਥੀ ਸੰਘ ਤੋਂ ਲੈ ਕੇ ਉਹ ਲਗਾਤਾਰ ਸੰਘਰਸ਼ਾਂ ਦੇ ਵਿੱਚ ਰਹੇ, ਵਿਦਿਆਰਥੀਆਂ ਸਮੇਂ, ਨੌਜਵਾਨਾਂ ਸਮੇਂ, ਕਿਸਾਨਾਂ ਸਮੇਂ, ਤੇ ਉਹਨਾਂ ਨੂੰ ਲੋਕਾਂ ਵੱਲੋਂ ਜਿੰਦਾ ਸ਼ਹੀਦ ਦੀ ਜਿਹੜੀ ਉਪਾਧੀ ਦਿੱਤੀ ਗਈ ਹੋਈ ਆ, ਔਰ ਉਹ ਲੋਕ ਉੱਥੇ ਗਵਾਹੀ ਕਰ ਰਹੇ ਆ। ਸੋ ਮੈਨੂੰ ਲੱਗਦਾ ਇਹ ਸਿਰਫ ਕੁਲਵੰਤ ਸਿੰਘ ਸੰਧੂ ਜੀ ਦੀ ਗੱਲ ਨਹੀਂ ਕਰ ਰਿਹਾ, ਇਹ ਹੋਰ ਬਹੁਤ ਯੋਧੇ ਨੇ ਜਿਹੜੇ ਕਤਾਰ ਦੇ ਵਿੱਚ ਨੇ, ਹਾਂਜੀ, ਜਿਹੜੇ ਇਸ ਤੇ ਮੂਹਰਲੀ ਕਤਾਰ ਦੇ ਵਿੱਚ ਨੇ। ਸੋ ਮੈਨੂੰ ਲੱਗਦਾ ਕਿ ਸਾਡੇ ਯੂਥ ਨੂੰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ। ਠੀਕ ਹੈ, ਜਿਹੜੇ ਸੈਲੀਬ੍ਰਿਟੀਜ਼ ਵੀ ਅੱਗੇ ਆ ਰਹੇ ਉਹ ਵੀ ਚਲੋ ਆਪਣਾ ਫਰਜ਼ ਅਦਾ ਕਰ ਰਹੇ ਆ, ਉਹਦੇ ਨਾਲ ਨਾਲ ਸਾਨੂੰ ਅੱਖ, ਕੰਨ, ਨੱਕ ਸਾਰਾ ਕੁਝ ਖੁੱਲੇ ਰੱਖ ਕੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਦਾ ਐਨਾਲਿਸਿਸ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਜੀ। ਇਹ ਤਾਂ ਖਾਸ ਗੱਲ ਹੈ ਕਿ ਜੇ ਆਪਾਂ ਗੱਲ ਕਹੀਏ ਕਿ ਹੁਣ ਅੱਧ ਵਿਚਾਲੇ ਜਾਏ ਕਰੀਏ ਨਹੀਂ ਆਪਾਂ ਨੂੰ ਇੰਨੀ ਜਿੱਤ ਠੀਕ ਹੈ ਵਾਪਸ ਮੁੜ ਜਾਈਏ, ਉਹ ਵੀ ਗੱਲ, ਹਾਂਜੀ, ਉਹ ਵੀ ਠੀਕ ਨਹੀਂ ਬਣਦੀ। ਉਹਦਾ ਫਿਰ ਉਹ ਕਹਿਣਾ ਚਾਹੁੰਦਾ ਸਾਨੂੰ ਸ਼ਹੀਦੀਆਂ ਦੇਣ ਦੀ ਲੋੜ ਨਾ ਪੈਂਦੀ, ਹਾਂਜੀ ਬਿਲਕੁਲ, ਨੂੰ ਆਪਣੇ ਬੱਚੇ ਨਾ ਮਾਰਨੇ ਪੈਂਦੇ, ਆਪਣਾ ਬਾਪ ਨਾ ਮਾਰਨਾ ਪੈਂਦਾ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਕੀ ਮੈਨੂੰ ਲੱਗਦਾ ਕਿ ਜੇ ਵਿੱਚ ਦਾ ਰਾਸਤਾ ਇਖਤਿਆਰ ਕਰਨਾ ਹੋਵੇ ਤਾਂ ਫਿਰ ਉਹ ਮੈਨੂੰ ਲੱਗਦਾ ਕਿ ਉਹ ਜਿੱਤ ਨਹੀਂ ਆ, ਉਹ ਇੱਕ ਕੰਪਰੋਮਾਈਜ਼ ਆ, ਔਰ ਕੰਪਰੋਮਾਈਜ਼ ਲਈ ਕਦੇ ਇਤਿਹਾਸ ਨਹੀਂ ਲਿਖੇ ਜਾਂਦੇ। ਇਤਿਹਾਸ ਹਮੇਸ਼ਾ ਜਿੱਤ ਨਸੀਬ ਜਿਹੜੇ ਕਰਦੇ ਉਹਨਾਂ ਦੇ ਲਿਖੇ ਜਾਂਦੇ, ਜਿਹੜੇ ਜਿੱਤ ਲਈ ਸੰਘਰਸ਼ ਲੜਦੇ ਨਾ। ਬਿਲਕੁਲ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਚੰਗੀਆਂ ਸਿਆਣੀਆਂ ਗੱਲਾਂ, ਲਾਈਨ ਬਹੁਤ ਵਧੀਆ ਲੱਗੀ ਕਿ ਕੰਪਰੋਮਾਈਜ਼ ਦੇ ਜਿਹੜੇ ਇਤਿਹਾਸ ਨਹੀਂ ਲਿਖੇ ਜਾਂਦੇ। ਬਹੁਤ ਖੂਬ। ਜੇਕਰ ਇਹੋ ਜੀ ਸੋਚ ਸਾਡੀ ਨੌਜਵਾਨ ਪੀੜ੍ਹੀ ਰੱਖਦੀ ਹੈ ਤਾਂ ਫਿਰ ਸਾਡਾ ਆਉਣ ਵਾਲਾ ਫਿਊਚਰ ਕੀ ਹੋਵੇਗਾ ਸਾਨੂੰ ਦਿਖ ਰਿਹਾ ਹੈ ਨਾ। ਤੇ ਸਾਡੇ ਕੋਲ ਮੇਰੇ ਹਿਸਾਬ ਨਾਲ ਇੱਕ ਡਾਕੂਮੈਂਟਰੀ ਹੈ ਕਿ ਅਸੀਂ ਜੋ ਉੱਥੇ ਦੇਖਿਆ ਤੇ ਸਿੰਘੂ ਬਾਰਡਰ ਦੇ ਉੱਤੇ, ਤੇ ਅਸੀਂ ਉਹ ਆਪਣੇ ਦਰਸ਼ਕਾਂ ਦੇ ਨਾਲ ਚਾਹੁੰਦੇ ਹਾਂ ਕਿ ਉੱਥੇ ਦਾ ਮਾਹੌਲ ਜਿਹੜਾ ਆ ਦਰਸ਼ਕਾਂ ਨੂੰ ਦਿਖਾਇਆ ਜਾਵੇ ਜੀ। ਇਹ ਜੋ ਕਿਸਾਨ ਟਰੈਕਟਰਾਂ ਤੇ ਟਰਾਲੀਆਂ ਤੋਂ ਇਲਾਵਾ ਹੋਰ ਵਾਹਨਾਂ ਨਾਲ ਤੁਸੀਂ ਸੜਕਾਂ ਤੇ ਬੈਠੇ ਦੇਖ ਰਹੇ ਹੋ, ਉਹ ਦਰਅਸਲ ਆਪਣੇ ਹੱਕਾਂ ਦੀ ਖਾਤਰ ਸੈਂਟਰ ਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ। ਇਨ੍ਹਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਕੇ ਦਿੱਲੀ ਨੂੰ ਜਾਣ ਵਾਲੇ ਸਾਰੇ ਹੀ ਰਸਤੇ ਬੰਦ ਕਰ ਦਿੱਤੇ ਗਏ ਨੇ ਤੇ ਰਸਤੇ ਵਿੱਚ ਆਪਣੇ ਟਰੈਕਟਰ, ਟਰਾਲੀਆਂ ਤੇ ਹੋਰ ਵਾਹਨਾਂ ਨੂੰ ਸੜਕਾਂ ਤੇ ਹੀ ਲਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ। ਇਹ ਅੰਦੋਲਨ ਭਾਵੇਂ ਕਿ ਹੁਣ ਇਕੱਲੇ ਪੰਜਾਬ ਦਾ ਹੀ ਨਹੀਂ, ਸਗੋਂ ਹੁਣ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਾ ਹੈ ਤੇ ਇਸ ਅੰਦੋਲਨ ਵਿੱਚ ਹਰ ਵਰਗ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਅਤੇ ਅਦਾਕਾਰਾਂ ਦੇ ਨਾਲ-ਨਾਲ ਖਿਡਾਰੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਨੇ ਤੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ। ਬਹੁਤ ਜ਼ਿਆਦਾ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਔਰ ਦੁੱਖ ਵੀ ਹੁੰਦਾ। ਖੁਸ਼ੀ ਇਸ ਕਰਕੇ ਕਿ ਸਾਰੇ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਜੀ ਜਾਨ ਲਾ ਕੇ ਲੱਗੇ ਹੋਏ ਨੇ। ਦੁੱਖ ਇਸ ਕਰਕੇ ਕਿ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਆਪਣੇ ਪਰਿਵਾਰ ਛੱਡ ਕੇ। ਬਟ ਜੋ ਵੀ ਆ, ਜਿਸ ਮਕਸਦ ਲਈ ਅਸੀਂ ਇੱਥੇ ਦਿੱਲੀ ਆਏ ਆ, ਇਸ ਬਾਰਡਰ ਤੇ ਆਏ ਆ, ਉਹ ਅਸੀਂ ਪੂਰਾ ਹਾਸਲ ਕਰਕੇ ਜਾਵਾਂਗੇ। ਜਿਹੜੇ ਕਾਲੇ ਕਾਨੂੰਨ ਆ ਜਦ ਤੱਕ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਹਿਲਾਂਗੇ ਨਹੀਂ। ਇਹੀ ਸਾਡੀ ਮੰਗ ਆ ਤੇ ਸਰਕਾਰ ਨੂੰ ਇਹ ਮੰਗ ਸੁਣਨੀ ਚਾਹੀਦੀ ਹੈ। ਜਦੋਂ ਆਪਾਂ ਨੂੰ ਕੋਈ ਚੀਜ਼ ਧੱਕੇ ਨਾਲ ਦਿੰਦਾ ਪਿਆ ਤੇ ਅਸੀਂ ਉਹ ਲੈਣੀ ਨਹੀਂ। ਗੱਲ ਕਾਨੂੰਨ ਕਿਹਨਾਂ ਵਾਸਤੇ ਹੈ? ਕਿਸਾਨਾਂ ਵਾਸਤੇ ਨੇ। ਬੇਸਿਕਲੀ ਉਹਨਾਂ ਨੇ ਤਾਂ ਬਣਾਏ ਕਾਰਪੋਰੇਟ ਘਰਾਣਿਆਂ ਲਈ, ਬਟ ਹੈਗੇ ਕਹਿਣ ਨੂੰ ਜਿਹੜੇ ਕਾਨੂੰਨ ਨੇ ਉਹ ਕਿਸਾਨਾਂ ਵਾਸਤੇ ਨੇ। ਤੇ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਭਾਈ, ਜੈਨੂਨ ਗੱਲ। ਹਰੇਕ ਲੈਵਲ ਤੇ ਮਤਲਬ ਉਹਨਾਂ ਤੇ ਪ੍ਰੈਸ਼ਰ ਪੈਂਦਾ ਪਿਆ। ਅਸੀਂ ਮਤਲਬ ਯੂਜ਼ ਕਰਦੇ ਹਾਂ ਟਵਿੱਟਰ ਰੋਜ਼ ਵਾਂਗੂ। ਆਪਾਂ ਰੋਜ਼ ਵਾਂਗੂ ਆਪਣੇ ਜਿਹੜੇ ਨਵੇਂ ਹੈਸ਼ਟੈਗਸ ਨੇ ਉਹ ਜਿਹੜੇ ਰੋਜ਼ ਮਤਲਬ ਟ੍ਰੈਂਡਿੰਗ ਦੇ ਵਿੱਚ ਆਉਂਦੇ ਪਏ ਆ। ਤੇ ਉਹ ਹਰੇਕ ਚੀਜ਼ ਜਦੋਂ ਇੰਟਰਨੈਸ਼ਨਲ ਮੀਡੀਆ ਕੋਲੇ ਪਹੁੰਚਦੀ ਆ ਤੇ ਫਿਰ ਜਦੋਂ ਵੱਡੇ ਪੱਧਰ ਤੇ ਥੂ ਹੁੰਦੀ ਆ ਤਾਂ ਡੈਫੀਨਿਟਲੀ ਉਹਨਾਂ ਤੇ ਪ੍ਰੈਸ਼ਰ ਪੈਂਦਾ, ਡੈਫੀਨਿਟਲੀ ਢਾਲਾ ਹੋਊਗਾ। ਇੱਕ ਪਾਸੇ ਜਿੱਥੇ ਇਸ ਅੰਦੋਲਨ ਦੌਰਾਨ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰਾਂ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਹੀ ਸਫਾਈ ਵਿਵਸਥਾ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਅਸੀਂ ਕਹਿਣਾ ਜੇ ਬਿੱਲ ਨਾ ਰੱਦ ਕਰੂ 2-4 ਸਾਲ ਤਾਂ ਬੈਠਾਂਗੇ ਇੱਥੇ ਹੀ ਬਾਅਦ ਤੋਂ। ਹਾਂਜੀ ਪ੍ਰਾਹੁਣੇ ਬਣ ਕੇ ਜਿਹੜਾ ਖਤਰਾ ਹੀ ਮੁੱਕ ਗਿਆ। ਹਾਂਜੀ ਹਾਂ, ਉਹ ਸਾਨੂੰ ਹੁਣ ਆ ਗਿਆ। ਹੁਣ ਭਾਵਾਂ ਦੀ ਉਹਦੇ ਕਹਿਣ ਨੂੰ ਵਿਆਹ ਵੀ ਨਾ ਹੋਵੇ ਫਿਰ ਵੀ ਲਾ ਲਿਆ ਕਰਾਂਗੇ। ਅੰਦੋਲਨ ਵਿੱਚ ਆਪਣੇ ਹੱਕਾਂ ਲਈ ਲੜਾਈ ਕਰ ਰਿਹਾ ਕਿਸਾਨ ਜੇਕਰ ਕਿਸੇ ਕਾਰਨ ਬਿਮਾਰ ਹੋ ਜਾਵੇ ਜਾਂ ਅੰਦੋਲਨ ਦੌਰਾਨ ਜ਼ਖਮੀ ਹੋ ਜਾਵੇ ਤਾਂ ਉਹਨਾਂ ਦੀ ਸਹੂਲਤ ਲਈ ਦਵਾਈਆਂ ਦੀ ਵਿਵਸਥਾ ਵੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਅਤੇ ਸੈਂਟਰ ਸਰਕਾਰ ਵਿਚਕਾਰ ਚੱਲ ਰਹੀ ਵਾਰਤਾ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਇੱਕ ਵੱਖਰੀ ਸਟੇਜ ਵੀ ਲਗਾਈ ਗਈ ਹੈ, ਜਿਸ ਰਾਹੀਂ ਬੁਲਾਰਿਆਂ ਵੱਲੋਂ ਉਹ ਸਾਰੀਆਂ ਹੀ ਗੱਲਾਂ ਤੇ ਬਿਉਂਤਬੰਦੀਆਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਦਕਿ ਹੋਰ ਸ਼ਖਸੀਅਤਾਂ ਜੋ ਕਿ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਉਹ ਵੀ ਆਪਣੇ ਵਿਚਾਰਾਂ ਰਾਹੀਂ ਕਿਸਾਨਾਂ ਦਾ ਹੌਸਲਾ ਵਧਾ ਰਹੀਆਂ ਨੇ। ਭਾਵੇਂ ਕਿ ਸੈਂਟਰ ਸਰਕਾਰ ਤੇ ਕਿਸਾਨਾਂ ਵਿਚਾਲੇ ਇਸ ਮੁੱਦੇ ਦੇ ਕਈ ਵਾਰ ਵਾਰਤਾਲਾਪ ਵੀ ਹੋਈ ਹੈ, ਪਰ ਇਹਨਾਂ ਮੀਟਿੰਗਾਂ ਦੇ ਫਿਲਹਾਲ ਅਜੇ ਤੱਕ ਕੋਈ ਵੀ ਸਾਰਥਕ ਨਤੀਜੇ ਨਹੀਂ ਨਿਕਲੇ। ਨਵਰੰਗ ਚੈਨਲ ਦੀ ਟੀਮ ਵੱਲੋਂ ਵੀ ਸਿੰਘੂ ਬਾਰਡਰ ਤੇ ਜਾ ਕੇ ਇਸ ਅੰਦੋਲਨ ਕਰ ਰਹੇ ਵੱਖ-ਵੱਖ ਕਿਸਾਨਾਂ ਤੇ ਇਸ ਵਿੱਚ ਧਰਨੇ ਵਿੱਚ ਪਹੁੰਚੀਆਂ ਸ਼ਖਸੀਅਤਾਂ ਨਾਲ ਵੀ ਗੱਲਬਾਤ ਕੀਤੀ ਗਈ।
ਕੀ ਕਹਿਣਾ ਸੀ ਕਿਸਾਨਾਂ ਤੇ ਇਸ ਅੰਦੋਲਨ ਵਿੱਚ ਪਹੁੰਚੀਆਂ ਉੱਚ ਸ਼ਖਸੀਅਤਾਂ ਦਾ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਇਤਿਹਾਸ ਬਣਿਆ ਹੈ ਔਰ ਐਸਾ ਇਤਿਹਾਸ ਬਣਿਆ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਨੂੰ ਯਾਦ ਰਹੇਗਾ, ਕਿਉਂਕਿ ਇਹੋ ਜਿਹਾ ਕਦੀ ਅੰਦੋਲਨ ਨਾ ਕਦੀ ਦੇਖਿਆ ਨਾ ਕਦੀ ਅੱਗੇ ਸੁਣਿਆ। 84 'ਚ ਹੋਇਆ ਸੀਗਾ, ਸਾਡੇ ਤੇ ਹਮਲਾ ਹੋਇਆ ਸੀਗਾ, ਉਹਨੂੰ ਅੱਜ ਤੱਕ ਸਾਡੇ ਯਾਦ ਕਰਦੇ ਹਾਂ ਆਪਾਂ। ਪਰ ਜਿਹੜਾ ਹੁਣ ਇਹ ਇਤਿਹਾਸ ਬਣਿਆ ਹੈ, ਇਹ ਜਿਹੜਾ ਕਹਿੰਦੇ ਸੀ ਕਿ ਪੰਜਾਬ ਸਾਰਾ ਖਤਮ ਕਰਤਾ, ਨਸ਼ਿਆਂ 'ਚ ਮਾਰਤਾ ਅਸੀਂ ਔਰ ਪੰਜਾਬ ਦੀ ਜਵਾਨੀ ਖਤਮ ਕਰਤੀ, ਅੱਜ ਹੈਰਾਨ ਹੋ ਕੇ ਦੇਖ ਕੇ ਸਾਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੂੰ। ਔਰ ਅੱਜ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ। ਅਸੀਂ ਦਿੱਲੀੋਂ ਆਏ ਹਾਂ, ਇਹਨਾਂ ਦੇ ਸਮਰਥਨ ਵਾਸਤੇ ਆਏ ਹਾਂ, ਲੰਗਰ ਪਾਣੀ ਨਾਲ ਲੈ ਕੇ ਆਏ ਹਾਂ ਜਿੰਨਾ ਸਾਡੇ ਵੱਸ ਸੀਗਾ। ਔਰ ਇੱਥੇ ਆ ਕੇ ਪਤਾ ਲੱਗਿਆ ਹੈ कि कोई कमी नहीं किसी गल दी। हरियाणा का किसानों का तन मन धन से सभी, हरियाणा छोटा भाई है पंजाब का, हम पंजाब के साथ है। 48 साल उम्र हो गई, इससे बड़ा आंदोलन कोई नहीं देखे हमने। कति बढ़िया वातावरण, बढ़िया खाते, अपने इकट्ठा भोजन बनाते हरियाणा पंजाब वाले। चाहे 1 साल लग कच्चे लंगर चलते, चाहे 1 साल लग जाओ, तीनों काले कानून को वापिस नहीं करे जब तक हम यहीं रहेंगे। ਹੁਣ ਸਾਡੀ ਮੰਗ ਇਹੋ ਹੀ ਆ ਵੀ ਅਸੀਂ ਜਿਹੜਾ ਇਹ ਤਿੰਨੋਂ ਬਿੱਲ ਕੈਂਸਲ ਕਰਵਾਉਣੇ, ਇਹਨਾਂ 'ਚ ਕੋਈ ਸੋਧ ਨਹੀਂ, ਕੋਈ ਕੁਛ ਨਹੀਂ। ਜਿੱਦਾਂ ਸਾਡਾ ਪਹਿਲਾਂ ਚੱਲਦਾ ਪਿਆ ਸੀ ਅਸੀਂ ਉਦਾਂ ਹੀ ਇਹਨੂੰ ਚਲਾਉਣਾ। ਭਾਜੀ ਇਹ ਇਤਿਹਾਸ ਆ ਸਾਡਾ। 17ਵੀਂ ਸਦੀ 'ਚ ਅਸੀਂ ਚੜ੍ਹੇ ਸੀ, ਦਿੱਲੀ ਫਤਿਹ ਕੀਤੀ ਸੀ ਉਦੋਂ ਸਰਦਾਰ ਬਲਗੇਜ ਸਿੰਘ ਹੁਣਾਂ ਨੇ, ਬਾਬਾ ਬਘੇਲ ਸਿੰਘ ਹੁਣੀ, ਜੱਸਾ ਸਿੰਘ ਰਾਮਗੜੀਆਲੂ। ਉਹਨਾਂ ਨੇ ਦਿੱਲੀ ਦਾ ਤਖਤ ਪੱਟ ਕੇ ਘੋੜਿਆਂ ਮਗਰ ਪਾ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਰੱਖਿਆ ਸੀ ਲਿਜਾ ਕੇ, ਤੇ ਅਸੀਂ ਟਰੈਕਟਰਾਂ ਨਾਲ ਪੱਟ ਕੇ ਲੈ ਜਾਵਾਂਗੇ ਇਹ ਤਖਤ, ਪਰ ਇੱਥੋਂ ਹਿੱਲ ਕੇ ਜਾਵਾਂਗੇ ਨਹੀਂ, ਤਾਂ ਦਰਬਾਰ ਸਾਹਿਬ ਜਾ ਕੇ ਰੱਖਾਂਗੇ। ਇੱਕ ਵਾਰੀ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਤੁਸੀਂ ਇਹ ਜਿਹੜੀ ਵੀਡੀਓ ਵੇਖੀ ਹੈ, ਇਹ ਜਿਹੜਾ ਦ੍ਰਿਸ਼ ਸੀ, ਇਹ ਡਾਇਰੈਕਟ ਉੱਥੋਂ ਸੀ ਜਿੱਥੇ ਸਾਡੇ ਕਿਸਾਨ ਵੀਰ ਜਿਹੜੇ ਉਹ ਸੰਘਰਸ਼ ਕਰ ਰਹੇ ਨੇ। ਉਸ ਅੰਦੋਲਨ ਦੀ ਜਿਹੜੀ ਕਵਰੇਜ ਨਵਰੰਗ ਟੀਵੀ ਵੱਲੋਂ ਜਿਹੜੀ ਕੀਤੀ ਗਈ ਸੀ, ਇਹ ਸਾਰੇ ਦ੍ਰਿਸ਼ ਉੱਥੋਂ ਦੇ ਹੈਗੇ ਨੇ। ਤੇ ਸਰ, ਜਦੋਂ ਅਸੀਂ ਪੰਜਾਬ ਦੇ ਸਿੰਗਰਾਂ ਦੀ ਗੱਲ ਕਰ ਰਹੇ ਸੀ ਨਾ, ਤੇ ਇੱਕ ਬੜਾ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਪਟਕਿਆ ਹੋਇਆ, ਬਾਲੀਵੁੱਡ ਤੇ ਬਾਲੀਵੁੱਡ ਦੀ ਇੱਕ ਜੰਗ ਛਿੜੀ ਹੋਈ ਹੈ, ਜਿਹੜੇ ਕਿ ਕਮੈਂਟ ਇੱਕ ਦੂਸਰੇ ਨੂੰ ਕਰਕੇ, ਟਵੀਟ ਕਰ ਕਰਕੇ ਆਪੋ ਆਪਣੇ ਜਿਹੜੇ ਵਿਚਾਰ ਆ ਉਹ ਰੱਖ ਰਹੇ ਨੇ। ਜਿੱਥੇ ਜਿਹੜੇ ਬਾਲੀਵੁੱਡ ਵਾਲੇ ਆ, ਕੋਈ ਗਲਤ ਕਮੈਂਟ ਕੋਈ ਵੀ ਕੁਝ ਕਰਦਾ ਹੈ, ਤਾਂ ਜਿਹੜੇ ਪੰਜਾਬੀ ਸਿੰਗਰ ਹੈਗੇ ਨੇ ਉਹ ਧੜਾ ਧੜ ਉਹਨਾਂ ਦੇ ਮਤਲਬ ਕਹ ਲਓ ਜਵਾਬ ਦੇ ਰਹੇ ਨੇ, ਬੋਲਤੀ ਬੰਦ ਕਰਵਾ ਰਹੇ ਨੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਤੁਹਾਡੀ ਇਸ ਗੱਲ ਦੇ ਨਾਲ ਪੂਰਾ ਸਹਿਮਤ ਨਹੀਂ ਹੈਗਾ, ਕਾਰਨ ਕਿ ਬਾਲੀਵੁੱਡ ਵਾਲੇ ਨਹੀਂ, ਬਾਲੀਵੁੱਡ ਬਹੁਤ ਵੱਡਾ ਆ, ਬੜੇ ਅੱਛੇ ਉੱਥੇ ਨੇ, ਧਰਮਿੰਦਰ ਹੱਕ 'ਚ ਬੋਲ ਰਿਹਾ ਆ ਜਾਂ ਹੋਰ ਕਿੰਨੇ ਨੇ, ਉਹ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਨੇ। ਲੇਕਿਨ ਅਗਰ ਇੱਕ ਆਪਾਂ ਨਾਮ ਲੈ ਕੇ ਮੈਂ ਕਹਿੰਦਾ ਕੰਗਨਾ, ਜਿਹੜੀ ਮੇਨ ਉਹਦੇ ਤੇ ਆਪਾਂ ਆ ਜਾਂਦੇ ਆ। ਦੇਖੋ, ਜਦੋਂ ਕੋਈ ਵੀ ਹੋਵੇ, ਖਾਸ ਕਰ ਪੰਜਾਬੀ, ਜਦੋਂ ਤੁਹਾਡੇ ਕੋਈ ਮਾਂ ਲਈ, ਭੈਣ ਲਈ ਕੋਈ ਸ਼ਬਦ ਕੋਈ ਗਲਤ ਬੋਲਦਾ ਨਾ, ਤਾਂ ਦੁੱਖ ਲੱਗਦਾ। ਜਦੋਂ ਦੁੱਖ ਲੱਗਦਾ ਆ, ਉਹਦਾ ਜਵਾਬ ਦਿੱਤਾ ਜਾਣਾ ਚਾਹੀਦਾ, ਜ਼ਰੂਰੀ ਆ। ਠੀਕ ਹੈ, ਉਹ ਵੀ ਇੱਕ ਔਰਤ ਆ, ਤੇ ਉਹਨੇ ਇੱਕ ਔਰਤ ਦੇ ਲਈ, ਜਿਹੜੀ ਸਾਡੀ ਮਾਂ ਦੇ ਬਰਾਬਰ ਸੀ, ਉਹਦੇ ਲਈ ਗਲਤ ਸ਼ਬਦਾਵਲੀ ਵਰਤੀ। ਇੱਕ ਕਿਸਮ ਦਾ ਉਹਨੂੰ ਵਿਕਾਊ ਤੱਕ ਕਹਿਤਾ ਕਿ 100 ਰੁਪਏ ਦੇ ਵਿੱਚ ਇਦਾਂ ਦੇ ਜਿਹੜੇ ਧਰਨਿਆਂ ਦੇ ਲਈ ਲੈ ਕੇ ਜਾਂਦੇ ਹਨ, ਤੇ ਉਹਨੂੰ ਲੈ ਕੇ ਜਾਂਦੇ ਆ। ਉਹਦਾ ਜਵਾਬ ਦੇਣਾ ਬਣਦਾ ਸੀ। ਅੱਜ ਸਾਰਿਆਂ ਨੇ ਉਹਨੂੰ ਘੇਰਿਆ ਹੋਇਆ ਕਿ ਹਰ ਪਾਸੇ ਉਹਦੀ ਜਿਹੜੀ ਆ ਨਿੰਦਾ ਹੋ ਰਹੀ ਆ। ਬਿਲਕੁਲ ਨਿੰਦਾ ਹੋਣੀ ਬਣਦੀ ਵੀ ਆ। ਹੁਣ ਉੱਥੇ ਆ ਕੇ ਉਹਨੂੰ ਕੋਈ ਜਵਾਬ ਨਹੀਂ, ਕੋਈ ਗੱਲ ਨਹੀਂ, ਕੋਈ ਸੁਝਰੇ। ਜਦੋਂ ਕਿ ਚੰਗੀ ਗੱਲ ਇਹ ਸੀ, ਜੇ ਉਹ ਕੁਛ ਕਹਿ ਬੈਠੀ ਸੀ, ਇੱਕ ਕਲਾਕਾਰ ਹੈ ਤਾਂ ਤੈਨੂੰ ਭਲੀਏ, ਤੈਨੂੰ ਚਾਹੀਦਾ ਇਹ ਸੀ, ਜੇ ਤੂੰ ਕੁਛ ਇੱਦਾਂ ਦਾ ਕਹਿ ਬੈਠੀ ਆ, ਤੂੰ ਆ ਕੇ ਆਪਣਾ ਸੋਸ਼ਲ ਮੀਡੀਆ ਤੇ ਆ ਕੇ ਕਿ ਮੈਂ ਜਿਹੜਾ ਆ ਅਨਜਸਟਿਸ ਕੀਤਾ ਜੀ, ਮੈਂ ਸਹੀ ਤਰੀਕੇ ਨਾਲ ਪਹਿਚਾਨ ਨਹੀਂ ਸਕੀ, ਤੇ ਮੈਂ ਆਪਣੇ ਕਹੇ ਹੋਏ ਸ਼ਬਦ ਵਾਪਸ ਲੈਂਦੀ ਆ, ਤੇ ਮੈਂ ਉਸ ਮਾਤਾ ਕੋਲੋਂ ਉਹ ਇੰਨਾ ਹੀ ਕਹਿ ਦਿੰਦੀ ਕਿ ਮੈਂ ਉਸ ਮਾਤਾ ਕੋਲੋਂ ਮਾਫੀ ਮੰਗਦੀ। ਤੇ ਮੈਨੂੰ ਲੱਗਦਾ ਇਹ ਸਾਰਾ ਚੈਪਟਰ ਆ ਉੱਥੇ ਖਤਮ ਹੋ ਜਾਣਾ ਸੀ। ਤੁਸੀਂ ਦੇਖੋ, ਜਦੋਂ ਉਹਨਾਂ ਨੇ ਇਹ ਟਵੀਟ ਕੀਤਾ ਨਾ, ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕੁਝ ਗਲਤ ਲਿਖਿਆ ਆ, ਮੈਨੂੰ ਰੀਟਵੀਟ ਆ ਰਹੇ ਨੇ, ਮੈਨੂੰ ਇਦਾਂ ਦੇ ਕਮੈਂਟ ਆ ਰਹੇ ਨੇ। ਉਹਨੇ ਉਹ ਜਿਹੜੀ ਪੋਸਟ ਪਾਈ ਸੀ ਉਹਨੂੰ ਡਿਲੀਟ ਕਰ ਦਿੱਤਾ, ਪਰ ਉਹਨੇ ਮਾਫੀ ਮੰਗਣਾ ਮਤਲਬ ਸਹੀ ਨਹੀਂ ਸਮਝਿਆ। ਦੇਖੋ, ਜਦੋਂ ਪੋਸਟ ਨੂੰ ਡਿਲੀਟ ਕਰਤਾ, ਮਤਲਬ ਉਹ ਮੰਨਦੀ ਹੈ, ਤੁਹਾਨੂੰ ਪਤਾ ਲੱਗ ਗਿਆ ਫਿਰ ਮੈਂ ਕੁਝ ਗਲਤ ਲਿਖ ਦਿੱਤਾ, ਮੈਂ ਕੁਝ ਗਲਤ ਕਰ ਦਿੱਤਾ। ਲੇਕਿਨ ਉੱਥੇ ਉਹਨੂੰ ਅਗਰ ਉਹ ਇੱਕ ਮਾਫੀ ਦਾ ਸ਼ਬਦ ਪਾ ਦਿੰਦੀ ਜਾਂ ਕੁਝ ਇਦਾਂ ਦਾ ਕਰ ਦਿੰਦੀ, ਸ਼ਾਇਦ ਇਹ ਜਿਹੜਾ ਲੜਾਈ ਸੀ, ਇਹ ਝਗੜਾ ਸੀ, ਉੱਥੇ ਬੰਦ ਹੋ ਜਾਣਾ ਸੀ। ਇੱਕੋ ਪ੍ਰੋਫੈਸ਼ਨ ਆ, ਕਿੱਥੇ ਜਾ ਕੇ ਬਹੁਤ ਸਾਰੇ ਆਪਸ ਦੇ ਵਿੱਚ ਜਿਹੜੀਆਂ ਲਾਈਨਾਂ ਖਿੱਚਣੀਆਂ, ਜਿਹੜੀਆਂ ਮਾੜੀ ਗੱਲ ਹੁੰਦੀ ਆ। ਤੇ ਲੇਕਿਨ ਉਸ ਮਾਤਾ ਦੇ ਹੱਕ ਵਿੱਚ ਸਾਰੇ ਪੰਜਾਬੀਆਂ ਦਾ, ਸਾਰੇ ਭਾਰਤੀਆਂ ਦਾ, ਪੂਰੇ ਆਪਣੇ ਜਿਹੜੇ ਵੀ ਇੰਡੀਆ ਵਾਲੇ ਵਸਿੰਦੇ ਨੇ, ਸਾਰਿਆਂ ਦਾ ਖੜੇ ਹੋਣਾ ਜ਼ਰੂਰੀ ਸੀ। ਨਹੀਂ ਤਾਂ ਕੋਈ ਵੀ ਕੁਝ ਵੀ ਬੋਲੀ ਜਾਏਗਾ। ਪਹਿਲਾਂ ਜਿਹੜਾ ਬੋਲਿਆ, ਅਗਰ ਤੁਸੀਂ ਮੂੰਹ ਤੇ ਉਹਦੇ ਤੇ ਚਪੇੜ ਮਾਰ ਦਿਓ ਤਾਂ ਗਾਂ ਜਾ ਕੇ ਉਹ ਮੌਕਾ ਨਹੀਂ ਲੱਭਦਾ, ਫਿਰ ਕੋਈ ਹੋਰ ਨਹੀਂ ਬੋਲਦਾ। ਪਤਾ ਹੋਗਾ ਵੀ ਮੈਨੂੰ ਪਹਿਲਾਂ ਜਵਾਬ ਮਿਲਿਆ, ਮੈਂ ਦੂਸਰੀ ਵਾਰੀ ਕੋਸ਼ਿਸ਼ ਨਾ ਕਰਾਂ ਜੀ। ਤੇ ਸਾਡੇ ਕੋਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ।
ਸਤਿ ਸ਼੍ਰੀ ਅਕਾਲ ਬੇਟਾ ਜੀ ਕੌਣ ਗੱਲ ਕਰ ਰਹੇ ਹੋ ਜੀ? ਮੈਂ ਡਾਕਟਰ ਦਰਸ਼ਨ ਕਟਾਰੀਆ ਕਰ ਰਿਹਾ ਜੀ। ਜੀ ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਜਿਹੜੀ ਅੱਜ ਸਾਡਾ ਇਹ ਟੌਪਿਕ ਚੱਲ ਰਿਹਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ? ਸਰ ਜਿਹੜਾ ਟੌਪਿਕ ਚੱਲ ਰਿਹਾ ਜੀ, ਜੋ ਇਹ ਜਿੱਦਾਂ ਕਿਸਾਨ ਕਹਿ ਰਹੇ ਆ, ਮਜ਼ਦੂਰ ਕਹਿ ਰਹੇ ਆ ਵੀ ਇਹ ਸਾਡੇ ਲਈ ਕਾਲਾ ਕਾਨੂੰਨ ਜਿਹੜਾ ਇਹ ਲਾਗੂ ਕੀਤਾ ਗਿਆ, ਬਣਾਇਆ ਗਿਆ, ਵੀ ਇਹ ਸਾਡੇ ਨੂੰ ਪੁੱਛ ਕੇ ਨਹੀਂ ਬਣਾਇਆ ਗਿਆ, ਨਾ ਸਾਡੀਆਂ ਰਾਵਾਂ ਲੈ ਕੇ ਜਾਂ ਨਾ ਸਾਡੀ ਸਲਾਹ ਹੈਗੀ ਆ। ਵੀ ਅਸੀਂ ਮਿਹਨਤੀ ਲੋਕ ਹਾਂ, ਅਸੀਂ ਮਿਹਨਤ ਕਰਦੇ ਹਾਂ, ਖੇਤਾਂ ਦੇ ਵਿੱਚ ਆਪਣੇ ਪਰਿਵਾਰ ਪਾਲਦੇ ਹਾਂ, ਦੇਸ਼ ਨੂੰ ਪਾਲਦੇ ਹਾਂ, ਔਰ ਇਹਦੇ ਵਿੱਚੋਂ ਅਸੀਂ ਭਵਿੱਖ ਦੇਖਦੇ ਹਾਂ। ਹਾਂਜੀ ਹਾਂਜੀ। ਪਰ ਸਾਨੂੰ ਇਦਾਂ ਲੱਗਦਾ ਹੈ ਪੜ੍ਹਨ ਤੋਂ ਜਾਂ ਸਾਨੂੰ ਕਿਸੇ ਸਿਆਣੇ ਬੰਦੇ ਤੋਂ ਸਮਝ ਤੋਂ ਵੀ ਇਹ ਕਾਨੂੰਨ ਸਾਡੇ ਹਿੱਤ ਦੇ ਵਿੱਚ ਨਹੀਂ ਹੈਗੇ, ਹਨਾ। ਤਾਂ ਉਹਦਾ ਆਪਾਂ ਵਿਰੋਧ ਕਰ ਰਹੇ ਹਾਂ ਜੀ, ਵੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੇ ਸਾਡੇ ਜਿਹੜੇ ਹਿੱਤ ਉਹਨਾਂ ਨੂੰ ਬਣਾਇਆ ਜਾਵੇ। ਬਿਲਕੁਲ ਜੀ। ਤੇ ਜਿਹੜੇ ਅੰਦੋਲਨ ਇਸ ਸਮੇਂ ਦਿੱਲੀ ਦੇ ਵਿੱਚ ਜਿਹੜਾ ਚੱਲ ਰਿਹਾ ਹੈ, ਤੁਸੀਂ ਬੇਸ਼ੱਕ ਜਾ ਕੇ ਆਏ ਹੋ ਜਾਂ ਫਿਰ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਉਸ ਅੰਦੋਲਨ ਨੂੰ ਵੇਖ ਰਹੇ ਹੋ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਸਵੀਰਾਂ ਜਿਹੜੀਆਂ ਤੁਸੀਂ ਉੱਥੋਂ ਦੀਆਂ ਵੇਖ ਰਹੇ ਹੋ। ਜੀ ਜੀ ਬਿਲਕੁਲ ਬਿਲਕੁਲ, ਅੰਦੋਲਨ ਵਿੱਚ ਮੈਂ ਜਾ ਕੇ ਵੀ ਆਇਆ ਜੀ ਤੇ ਬਾਕੀ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ ਜੀ। ਅੰਦੋਲਨ ਸ਼ਾਂਤਮਈ ਹੈ ਜੀ ਤੇ ਵਧੀਆ ਢੰਗ ਨਾਲ ਕਿਸਾਨ ਜਿਹੜਾ ਉਹ ਆਪਣਾ ਹੱਕ ਰੱਖ ਰਿਹਾ ਜੀ। ਪਰ ਹਾਲੇ ਸਰਕਾਰਾਂ ਜਿਹੜੀਆਂ ਉਹਦੇ ਪ੍ਰਤੀ ਬਹੁਤ ਗੰਭੀਰ ਨਹੀਂ ਹੈਗੀਆਂ, ਉਹਨਾਂ ਨੂੰ ਗੰਭੀਰ ਹੋਣਾ ਚਾਹੀਦਾ ਜੀ ਤੇ ਉਹ ਗੱਲ ਬੜੇ ਧਿਆਨ ਨਾਲ ਸੁਣਨੀ ਚਾਹੀਦੀ। ਕਿਸਾਨਾਂ ਦੀ ਵੀ ਬਹਿ ਕੇ ਜਿਹੜਾ ਮਸਲਾ ਹੱਲ ਜੀ ਉਹ ਜ਼ਰੂਰ ਕਰਨਾ ਚਾਹੀਦਾ। ਜਿਹੜਾ ਕੁਝ ਮੀਡੀਆ ਹਾਊਸਸ ਵੱਲੋਂ ਜਿਹੜਾ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਕਿਹਾ ਜਾ ਰਿਹਾ ਆ ਕਿ ਇਹ ਖਾਲਿਸਤਾਨੀਆਂ ਦਾ ਅੰਦੋਲਨ ਆ ਜਾਂ ਇਦਾਂ ਦੇ ਸ਼ਬਦ ਯੂਜ਼ ਕੀਤੇ ਜਾ ਰਹੇ ਨੇ, ਤੇ ਉੱਥੇ ਸਪੈਸ਼ਲੀ ਸਲੋਗਨ ਅਸੀਂ ਉੱਥੇ ਗਏ ਆ, ਉੱਥੇ ਵੀ ਪੜਿਆ ਕਿ ਅਸੀਂ ਅੱਤਵਾਦੀ ਨਹੀਂ, ਅਸੀਂ ਕਿਸਾਨ ਹਾਂ। ਠੀਕ ਹੈ, ਤੁਸੀਂ ਉੱਥੇ ਜਾ ਕੀ ਤੁਹਾਨੂੰ ਇਦਾਂ ਦਾ ਕੋਈ ਮਾਹੌਲ ਲੱਗਾ ਕਿ ਵੀ ਉੱਥੇ ਦੇਸ਼ ਵਿਰੋਧੀ ਕੰਮ ਹੋ ਰਿਹਾ ਕੋਈ? ਨਹੀਂ 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 ਸਰ, ਦੇਸ਼ ਵਿਰੋਧੀ ਨਹੀਂ। ਜਿਹੜਾ ਬੰਦਾ ਪੇਟ ਆਪਣਾ ਪਾਲਦਾ ਔਰ ਦੂਸਰੇ ਦਾ ਪਾਲਦਾ ਜੀ, ਉਹ ਪਹਿਲੀ ਗੱਲ ਤਾਂ ਅੱਤਵਾਦੀ ਨਹੀਂ ਹੋ ਸਕਦਾ। ਉਹਦੇ ਵਿੱਚ ਹਿੰਸਕ ਵਾਲੀ ਤਾਂ ਗੱਲ ਹੀ ਨਹੀਂ ਹੋ ਸਕਦੀ ਕੋਈ ਵੀ। ਆਪਣੇ ਬੜੇ ਸ਼ਾਂਤਮਈ ਉੱਥੇ ਉਹ ਆਪਣਾ ਹੱਕ ਰੱਖ ਰਿਹਾ ਜੀ। ਮੈਂ ਵੀ ਜੋ ਗਿਆ ਤਾਂ ਮੈਂ ਵੀ ਦੇਖਿਆ ਜੀ, ਅਸੀਂ 20 ਕਿਲੋਮੀਟਰ ਦੇ ਏਰੀਆ 'ਚ ਘੁੰਮਦੇ ਰਹੇ ਜੀ 3-4 ਦਿਨ। ਤੇ ਉਹ ਜਿਸ ਗੌਰਮੈਂਟ ਜੇ ਪਹਿਲਾਂ ਸਾਜ਼ਿਸ਼ ਹੁੰਦੀ ਹੈ ਵੀ ਇਹਨਾਂ ਲੋਕਾਂ ਨੂੰ ਪਾੜਿਆ ਜਾਵੇ ਜਾਂ ਇਹਨਾਂ ਦੇ ਵਿੱਚ ਕੋਈ ਸੰਦੇਸ਼ ਦਿੱਤਾ ਜਾਵੇ ਤੇ ਲੋਕ ਟੁੱਟਣ, ਉਹੀ ਉਹ ਚਾਲਾਂ ਚੱਲਦੇ ਆ। ਪਰ ਉਹ ਗਲਤ ਹੈ ਜੀ, ਇਸ ਦਾ ਇਲਜ਼ਾਮ ਨਹੀਂ ਕੋਈ ਵੀ ਲਾਉਣਾ ਚਾਹੀਦਾ ਜੀ। ਨਹੀਂ ਲਾਉਣਾ। ਉੱਥੇ ਤਾਂ ਸਰਕਾਰ ਦੇ ਭਲੇ ਦੀ ਗੱਲ ਹੋ ਰਹੀ ਜੀ। ਉੱਥੇ ਕੋਈ ਕਿਸਾਨ ਨਹੀਂ, ਕੋਈ ਮਜ਼ਦੂਰ ਨਹੀਂ, ਸਾਰੇ ਬਰੋਬਰ ਹੋ ਕੇ ਕਰ ਰਿਹਾ ਜੀ। ਕੋਈ ਜਾਤ ਨਹੀਂ ਤੇ ਕੋਈ ਪਾਤ ਨਹੀਂ। ਠੀਕ ਹੈ, ਚਾਹੇ ਉਹ ਲੰਗਰ ਹੈ ਜੀ, ਚਾਹੇ ਉਹ ਸਟੇਜ ਦੀ ਆਵਾਜ਼ ਹੈ, ਚਾਹੇ ਕੋਈ ਵੀ ਹੈ ਜੀ। ਬਹੁਤ ਧੰਨਵਾਦ ਜੀ ਕਾਲ ਕਰਨ ਲਈ ਜੀ। ਥੈਂਕ ਯੂ ਸਰ। ਹਾਂਜੀ ਸਰ ਤੁਸੀਂ ਦੇਖੋ ਜੀ ਉੱਥੇ ਮਨਪ੍ਰੀਤ ਜਿਹੜੀ ਇੱਕ ਦੇਖਣ ਵਾਲੀ ਗੱਲ ਇਹ ਆ ਕਿ ਜਿੱਦਾਂ ਆਪਾਂ ਇਹ ਕਹਿ ਲੈਂਦੇ ਨਾ ਕਿ ਬਈ ਕੋਈ ਮਾੜੀ ਘਟਨਾ ਨਾ ਵਾਪਰੇ, ਕੋਈ ਸ਼ਰਾਰਤੀ ਅਨਸਰ ਆ ਕੇ ਕੁਝ ਗਲਤੀ ਨਾ ਕਰੇ, ਬਿਲਕੁਲ ਹਨਾ। ਉੱਥੇ ਨੌਜਵਾਨਾਂ ਵੱਲੋਂ ਜਿਹੜੇ ਆ ਕਿਸਾਨ ਆਗੂਆਂ ਵੱਲੋਂ ਨੌਜਵਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਆ ਕਿ ਉਹ ਰਾਤ ਨੂੰ ਉੱਥੇ ਪਹਿਰਾ ਰੱਖਣ ਤਾਂ ਕਿ ਕੋਈ ਸ਼ਰਾਰਤੀ ਅਨਸਰ ਆ ਕੇ ਇਦਾਂ ਦੀ ਸ਼ਰਾਰਤ ਨਾ ਕਰ ਸਕੇ ਕਿ ਜਿਹਦੇ ਨਾਲ ਸਾਡਾ ਅੰਦੋਲਨ ਜਿਹੜਾ ਆ ਉਹ ਬਦਨਾਮ ਹੋ ਜਾਵੇ। ਬਿਲਕੁਲ ਦੇਖੋ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਨਹੀਂ ਤਾਂ ਨੌਜਵਾਨ ਜਿਹੜੇ ਆ ਜੋਸ਼ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਜਾਂਦੇ ਆ, ਜੋਸ਼ ਦੇ ਵਿੱਚ ਹੋਸ਼ ਖੋ ਲੈਂਦੇ ਆ, ਬਹੁਤ ਸਾਰੀਆਂ ਗਲਤੀ ਕਰ ਜਾਂਦੇ ਆ। ਲੇਕਿਨ ਐਤਕੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਕਹਿਣ ਅਨੁਸਾਰ ਚੱਲਦੇ ਆ, ਕਿਸੇ ਵੀ ਕੋਈ ਗਲਤੀ ਨਾ ਹੋ ਜਾਵੇ, ਕੋਈ ਇਦਾਂ ਦੀ ਮਾੜੀ ਸ਼ਬਦਾਵਲੀ ਨਾ ਵਰਤ ਹੋ ਜਾਵੇ, ਕਿਸੇ ਦੇ ਖਿਲਾਫ ਨਹੀਂ ਬੋਲਿਆ ਜਾ ਰਿਹਾ, ਕੋਈ ਮਾੜੀ ਸ਼ਬਦਾਵਲੀ ਨਾ ਹੋ ਜਾਵੇ, ਉਹਦਾ ਖਾਸ ਖਿਆਲ ਜਿਹੜਾ ਆ ਰੱਖਿਆ ਜਾ ਰਿਹਾ ਕਿ ਕਿਉਂਕਿ ਇੱਕ ਵੀ ਸ਼ਬਦ ਜਿਹੜਾ, ਕਿਉਂਕਿ ਜੇ ਕੁਝ ਇਦਾਂ ਦੇ ਆਨਸਰ ਨੇ ਜਿਹੜੇ ਉਹ ਲੱਭਦੇ ਨੇ ਕਿ ਇਹਨਾਂ ਵਿੱਚ ਕੁਝ ਨਾ ਕੁਝ ਗਲਤ ਹੋਵੇ ਤਾਂ ਅਸੀਂ ਇੱਕ ਉਹਨੂੰ ਹਵਾ ਦੇ ਸਕੀਏ ਜੀ, ਉਹ ਕੋਈ ਮੌਕਾ ਨਾ ਮਿਲੇ, ਇਹ ਚੀਜ਼ ਦਾ ਇੱਕ ਖਾਸ ਖਿਆਲ ਉੱਥੇ ਰੱਖਿਆ ਜਾਂਦਾ। ਜਿਹੜੀਆਂ ਸਾਡੀਆਂ ਮਾਮਾ ਭੈਣਾਂ ਉੱਥੇ ਗਈਆਂ ਨੇ ਉਹਨਾਂ ਦੀ ਸੇਫਟੀ, ਉਹਨਾਂ ਨੂੰ ਲੈ ਕੇ ਵੀ ਬੜਾ ਜਿਹੜਾ ਇੱਕ ਸਿਸਟਮੈਟਿਕ ਕੰਮ ਜਿਹੜਾ ਕੀਤਾ ਜਾਂਦਾ ਕਿ ਕਿਸੇ ਤਰੀਕੇ ਦੀ ਉਹਨਾਂ ਨੂੰ ਜਿਹੜੀ ਆ ਕੋਈ ਪਰੇਸ਼ਾਨੀ ਨਾ ਆਵੇ। ਫਿਰ ਇੱਕ ਆਪਾਂ ਦੇਖਿਆ ਹੋਣਾ ਕਿ ਜਿੱਥੇ ਇੰਨੀ ਪਬਲਿਕ ਇਕੱਠੀ ਹੋ ਜਾਵੇ, ਕਿਤੇ ਵੀ ਇਕੱਠੀ ਹੋ ਜਾਵੇ ਨਾ, ਉੱਥੇ ਸਭ ਨਾਲੋਂ ਵੱਡਾ ਇਸ਼ੂ ਆ ਜਾਂਦਾ ਗੰਦਗੀ ਦਾ ਜੀ। ਬਿਮਾਰੀ ਫੈਲਣ ਦੇ ਚਾਂਸਸ ਹੁੰਦੇ ਆ, ਗੰਦਗੀ ਫੈਲਣ ਦੇ ਚਾਂਸਸ ਹੁੰਦੇ ਆ। ਲੇਕਿਨ ਜੇ ਤੁਸੀਂ ਉੱਥੇ ਜਾ ਕੇ ਦੇਖੋ, ਮੈਂ ਖੁਦ ਦੇਖ ਕੇ ਆਇਆ ਕਿ ਸ਼ਾਮ ਨੂੰ ਸਵੇਰ ਨੂੰ ਉੱਥੇ ਸਫਾਈ ਪ੍ਰੋਪਰ ਹੁੰਦੀ ਆ। ਜਿਹੜਾ ਰਾਤ ਨੂੰ ਕਦੇ ਕਿਸੇ ਨੇ ਖਾਲੀ ਗਲਾਸ ਲੰਗਰ ਵਾਲਾ ਭਾਂਡਾ ਜਾਂ ਨੈਪਕਿਨ ਜਾਂ ਹੋਰ ਖਿਲਾਰ ਦਿੱਤਾ ਆ ਤਾਂ ਰਾਤ ਨੂੰ ਸਾਰੇ ਜਣੇ ਰੱਖ ਕੇ ਉਹਦੀ ਸਫਾਈ ਕਰਕੇ ਸਵੇਰ ਨੂੰ ਉਹ ਸਾਰਾ ਅੰਦੋਲਨ ਵਾਲੀ ਜਿਹੜੀ ਜਗ੍ਹਾ ਆ ਬਿਲਕੁਲ ਸਾਫ਼ ਸੁਥਰੀ ਹੁੰਦੀ ਆ ਜੀ। ਫਿਰ ਸ਼ਾਮ ਨੂੰ ਲੰਗਰ ਲੱਗਣ ਤੋਂ ਪਹਿਲਾਂ ਉੱਥੇ ਦੁਬਾਰਾ ਸਫਾਈ ਕੀਤੀ ਜਾਂਦੀ ਆ ਕਿ ਜਿੱਥੇ ਲੋਕਾਂ ਨੇ ਬੈਠ ਕੇ ਲੰਗਰ ਛਕਣਾ ਆ ਉਹ ਜਗ੍ਹਾ ਸਾਫ਼ ਸੁਥਰੀਆਂ ਰਹਿਣ, ਕਿਸੇ ਪਾਸਿਓਂ ਕੋਈ ਗੰਦਗੀ ਨਾ ਆਵੇ, ਗੰਦਗੀ ਤੋਂ ਬਚਿਆ ਜਾ ਰਿਹਾ ਆ। ਇਹ ਇੱਕ ਖਾਸ ਚੰਗੀਆਂ ਗੱਲਾਂ ਨੇ। ਬਿਲਕੁਲ ਦੇਖੋ
ਤੁਸੀਂ ਇਹ ਕਹ ਲਓ ਕਿ ਉੱਥੇ ਅਗਰ ਆਪਾਂ ਖਾਣ ਪੀਣ ਦੀ ਗੱਲ ਕਰਦੇ ਹਾਂ, ਖੀਰ, ਦੁੱਧ, ਪਿੰਨੀਆਂ, ਪਲਾਨਾ, ਜੋ ਮਰਜ਼ੀ ਕਹਿ ਲਈਏ, ਲੋਕਾਂ ਦੀਆਂ ਜੇਬਾਂ ਜਿਹੜੀਆਂ ਬਦਾਮਾਂ ਤੱਕ ਨਾ ਭਰੀਆਂ ਦਿੱਤੀਆਂ ਗਈਆਂ ਕਿ ਵੀ ਤੁਹਾਨੂੰ ਕਿਸੇ ਚੀਜ਼ ਦੀ ਠੰਡ ਆ, ਠੰਡ ਦੇ ਵਿੱਚ ਬਦਾਮ ਖਾਓ ਜਿਹੜਾ ਸਟਰੋਂਗ ਰਹੋ ਨਾ। ਫਿਰ ਵੀ ਕੱਲ ਵੀ ਇੱਕ ਕਿਸਾਨ ਦੀ ਉੱਥੇ ਠੰਡ ਦੇ ਨਾਲ ਮੌਤ ਹੋਈ ਆ, ਜਿਹੜੀ ਬੜੀ ਅਪਾਕੀ ਆ। ਹੁਣ ਖਾਲਸਾ ਏਡ ਵੱਲੋਂ ਉੱਥੇ ਜਿਹੜੇ ਆ, ਕੱਲ ਅਸੀਂ ਅੱਜ ਕੱਲ ਤੋਂ ਖਬਰਾਂ ਹੀ ਦੇਖ ਰਹੇ ਹਾਂ ਕਿ ਉੱਥੇ ਜਿਹੜੀਆਂ ਨੇ ਫੁੱਟ ਮਸਾਜ ਲਈ ਚੇਅਰਸ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਮਤਲਬ ਕਿ ਉਹ ਦੇਖ ਕੇ ਵਧੀਆ ਵੀ ਬਹੁਤ ਲੱਗਦਾ ਹੈ, ਪਰ ਇੰਨਾ ਹੈ ਕਿ ਉਹ ਹੁਣ ਕਿਸੇ ਤਰੀਕੇ ਨਾਲ ਉੱਥੇ ਹੈਲਪ ਜਿਹੜੀ ਉਹ ਕੀਤੀ ਜਾ ਰਹੀ ਹੈ। ਅਸੀਂ ਪੱਕੇ ਤਾਂ ਉੱਥੇ ਨਹੀਂ ਬਹਿਣਾ ਜੇ ਦੇਖਿਆ ਜਾਵੇ, ਪਰ ਉਹ ਵਿੱਚ ਮਤਲਬ ਇਦਾਂ ਦੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ ਕਿ ਜਿਹੜੇ ਉਹ ਪੈਰ ਇੰਨੇ ਸੁੱਜੇ ਹੋਏ ਨੇ ਬਜ਼ੁਰਗਾਂ ਦੇ, ਇੰਨੇ ਦਿਨ ਟਰਾਲੀਆਂ ਦੇ ਵਿੱਚ ਬੈਠ ਕੇ ਪੈਰ ਲਮਕਾਏ ਹੋਏ ਨੇ ਜਾਂ ਇਦਾਂ ਬੈਠੇ, ਉਹਨਾਂ ਨੂੰ ਲੋੜ ਸੀ ਉਸ ਚੀਜ਼ ਦੀ। ਤੇ ਸਾਡੀ ਉੱਥੇ ਕਹਿ ਲਓ ਕਿ ਮਤਲਬ ਸਾਡੇ ਜਿਹੜੇ ਆਪਣੇ ਜਿੰਨੇ ਵੀ ਜਿਨ੍ਹਾਂ ਨੇ ਲੰਗਰ ਲਗਾਏ ਹੋਏ ਨੇ, ਉਹਨਾਂ ਨੇ ਕੋਈ ਇਹੋ ਜਿਹੀ ਚੀਜ਼ ਛੱਡੀ ਨਹੀਂ ਜਿਹੜੀ ਉੱਥੇ ਨਹੀਂ ਹੈਗੀ। ਸਿਰਫ ਇੱਕ ਸਿਰ ਤੇ ਮਤਲਬ ਘਰ ਵਾਲੀ ਛੱਤ ਨਹੀਂ ਹੈਗੀ, ਬਾਕੀ ਸਾਰਾ ਮਾਹੌਲ ਘਰ ਵਾਲਾ। ਟਰਾਲੀਆਂ ਦੇ ਉੱਤੇ ਦੂਜਾ ਪਾਇਆ ਹੋਇਆ ਜੀ। ਜੇ ਇਸ ਹਿਸਾਬ ਨਾਲ ਅੰਦੋਲਨ ਚੱਲਦਾ ਪਿਆ ਆ, ਕੁਝ ਬੰਦਿਆਂ ਨਾਲ ਮਜ਼ਾਕ ਦੇ ਵਿੱਚ ਜਿਹੜੀ ਗੱਲ ਆਪਾਂ ਕਹਿ ਲੈਂਦੇ ਆ ਉੱਥੇ ਹੋਈ, ਟੋਟਕੇ ਵੀ ਜਿਹੜੇ ਛੱਡੇ ਜਾ ਰਹੇ ਨੇ। ਤਾਂ ਉਹ ਇਹ ਕਹਿ ਰਹੇ ਸੀ ਮੋਦੀ ਸਾਹਿਬ ਟਾਈਮ ਦੇ ਨਾਲ ਜਿਹੜਾ ਆ ਸਮਝੌਤਾ ਕਰ ਜਾਓ, ਨਹੀਂ ਤਾਂ ਸਾਡੇ ਬੰਦਿਆਂ ਨੇ ਦੇਖਣਾ ਵੀ ਹੁਣ ਤਾਂ ਇੱਥੇ ਹੀ ਬੈਠੇ 6 ਮਹੀਨੇ ਸਾਲ, ਇੱਟਾਂ ਲਿਆਏ ਕਿਤੇ ਕਲੋਨੀ ਨਾ ਕੱਢ ਦੇਣ ਅੰਦੋਲਨ ਨਗਰ। ਜਿਵੇਂ ਹਾਈਵੇ ਤੇ ਪਿਆਜ਼ ਲਗਾਏ ਜਾ ਰਹੇ ਨੇ, ਉੱਥੇ ਦੇਖੀ ਵੀਡੀਓ, ਉਹ ਦੂਜੇ ਮੇਥੇ ਮੂਥੇ ਬੀਜੇ ਜਾ ਰਹੇ, ਜਿਹੜੀ ਕੱਚੀ ਜਗ੍ਹਾ ਜਿੱਥੇ ਚਲੋ ਪ੍ਰੋਫੈਸ਼ਨਲ ਬੰਦੇ ਨੇ ਆਪਣੇ ਉਸ ਹਿਸਾਬ ਨਾਲ ਟਾਈਮ ਪਾਸ ਹੋ ਜਾਂਦਾ, ਗੁੱਡੀ ਕਰਦੇ ਨੇ। ਬਿਲਕੁਲ ਆਪਣਾ ਨਾਲੇ ਯੋਗਦਾਨ ਪਾ ਰਹੇ। ਇਹ ਨਾ ਹੋਵੇ ਇੱਟਾਂ ਲਿਆ ਕੇ ਇੱਥੇ ਹੀ ਘਰ ਪਾ ਲਈਏ ਵੀ ਠੀਕ ਹੈ ਅੰਦੋਲਨ ਤਾਂ ਹੁਣ ਇੱਥੇ ਹੀ ਚੱਲੂਗਾ, ਹਨਾ। ਮਤਲਬ ਕਿੰਨੇ ਸਾਲ ਚੱਲਣਾ ਹੈ, ਜੇ ਤੁਸੀਂ 2024 ਤੱਕ ਵੀ ਚੱਲ ਸਕਦਾ ਹਨਾ, ਕਿਉਂਕਿ ਜਦੋਂ ਇਲੈਕਸ਼ਨ ਹੈ ਜਦ ਤੱਕ ਸਰਕਾਰ ਚੇਂਜ ਨਹੀਂ ਹੋ ਜਾਂਦੀ ਜਾਂ ਕੁਝ ਇਦਾਂ ਦਾ ਨਹੀਂ ਹੋ ਜਾਂਦਾ। ਜਿਵੇਂ ਸਾਡੇ ਪਹਿਲੇ ਕਾਲਰ ਨੇ ਵੀ ਗੱਲ ਕੀਤੀ ਸੀ ਕਿ ਮੈਂ ਬੜਾ ਸ਼ਰਮ ਫੀਲ ਕਰ ਰਿਹਾ ਕਿ ਸਾਡੇ ਜਿਹੜਾ ਕਿ ਮੋਦੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੈਂ ਕਿਸਾਨਾਂ ਵੱਲੋਂ ਜਾਣਾ ਜਾਂ ਫਿਰ ਮੈਂ ਕਿਸੇ ਫੰਕਸ਼ਨ ਨੂੰ ਅਟੈਂਡ ਕਰਨਾ। ਇੱਕ ਬੱਚੀ ਦੀ ਵੀਡੀਓ ਅਸੀਂ ਵੀ ਆਪਣੇ ਚੈਨਲ ਉੱਤੇ ਸੀਰਤ ਕੌਰ ਦੀ, ਜਿਹਨੇ ਕਿਹਾ ਸੀ ਕਿ ਮੋਦੀ ਸਾਹਿਬ ਤੁਸੀਂ ਤਾਲੀਆਂ ਵਜਵਾਈਆਂ, ਥਾਲੀਆਂ ਖੜਕਾਈਆਂ, ਸਭ ਕੁਝ ਕੀਤਾ ਅਸੀਂ, ਤੇ ਉਹ ਤਾਂ ਕਰੋਨਾ ਦਿਖਦਾ ਨਹੀਂ ਸੀ, ਪਰ ਕਿਸਾਨ ਤਾਂ ਤੁਹਾਨੂੰ ਠੰਡ ਵਿੱਚ ਪਏ ਦਿਖਦੇ ਆ, ਉਹਨਾਂ ਦੇ ਉੱਤੇ ਜਿਹੜੀ ਤੁਸੀਂ ਗੱਲ ਕਰੋ। ਤੇ ਸਾਡੇ ਕੋਲ ਕਾਲਰ ਜੁੜੇ ਨੇ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਗੱਲ ਕਰ ਰਹੇ ਹੋ ਜੀ? ਮੈਂ ਅਮਰਜੀਤ ਸਿੰਘ ਸੰਧੂ ਗੱਲ ਕਰ ਰਿਹਾ ਜੀ। ਹਾਂਜੀ ਸੰਧੂ ਸਾਹਿਬ, ਕੀ ਹਾਲ ਚਾਲ ਜੀ? ਸਿਹਤ ਤੁਹਾਡੀ ਕਿੱਦਾਂ ਜੀ ਹੁਣ? ਹਾਂ ਸਿਹਤ ਠੀਕ ਹੈ ਜੀ। ਮੈਨੂੰ ਪਤਾ ਲੱਗਾ ਸੀ ਕਿ ਜਦੋਂ ਉੱਥੇ ਆਪਣੀ ਗੱਲ ਹੋਈ ਕਿ ਤੁਸੀਂ ਅੰਦੋਲਨ ਤੋਂ ਵਾਪਸ ਆਏ ਸੀ ਕਿ ਤੁਹਾਡੀ ਉੱਥੇ ਸਿਹਤ ਖਰਾਬ ਹੋ ਗਈ ਸੀ। ਹਾਂਜੀ ਮੈਂ ਅੱਜ ਟੈਸਟ ਕਰਾਇਆ ਸੀਗਾ ਜੀ, ਰਾਤ ਮੈਨੂੰ ਐ ਲੱਗਾ ਸੀਗਾ ਕਿ ਮੇਰਾ ਕੇਸ ਥੋੜਾ ਜਿਹਾ ਜਾ ਰਿਹਾ ਹੈ ਜਿੱਦਾਂ, ਤੇ ਅੱਜ ਟੈਸਟ ਕਰਾਇਆ ਤਾਂ ਪੋਜ਼ਿਟਿਵ ਆਇਆ ਜੀ। ਅੱਛਾ, ਤੇ ਤੁਸੀਂ ਯਾਨੀ ਕੋਵਿਡ ਪੋਜ਼ਿਟਿਵ ਆਏ ਹੋ ਕਰੋਨਾ? ਹਾਂਜੀ ਕੋਵਿਡ ਪੋਜ਼ਿਟਿਵ ਆਇਆ ਜੀ। ਅੱਛਾ, ਇਹ ਬੜਾ ਵੱਡਾ ਇਸ਼ੂ ਆ ਕਿ ਉੱਥੇ ਦੇਖੋ ਸੋਸ਼ਲ ਡਿਸਟੈਂਸਿੰਗ ਜਾਂ ਉਦਾਂ ਕੁਝ ਨਹੀਂ ਹੈਗਾ, ਲੇਕਿਨ ਇਹ ਹੈ ਕਿ ਚੜ੍ਹਦੀ ਕਲਾ ਕਰਕੇ ਹੀ ਸਭ ਕੁਝ ਰੱਬ ਦੇ ਆਸਰੇ ਤੋਂ ਰਹਿ ਜਾਂਦਾ। ਹਾਂਜੀ ਬਸ ਇਦਾਂ ਵੀ ਕੋਈ ਪ੍ਰੋਬਲਮ ਹੁਣ ਸਰੀਰ ਨੂੰ ਕੋਈ ਨਹੀਂ ਹੈਗੀ, ਕੋਈ ਸਿੰਪਟਮ ਨਹੀਂ ਹੈਗਾ। ਤੇ ਉਦੋਂ ਥੋੜਾ ਟੈਂਪਰੇਚਰ ਹੋਇਆ ਸੀਗਾ ਤੇ ਜਿਸ ਦਿਨ ਤੁਹਾਡੇ ਨਾਲ ਗੱਲ ਹੋਈ ਸੀ। ਤੇ ਤੁਸੀਂ ਉੱਥੇ ਇੰਨੇ ਦਿਨ ਰਹਿ ਕੇ ਆਏ ਹੋ, ਤੁਸੀਂ ਅੰਦੋਲਨ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਐਜ਼ ਏ ਸਿਆਸੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਦਾ, ਇੱਕ ਕਿਸਾਨ ਹੋਣ ਦੇ ਨਾਤੇ ਇੱਕ ਅੰਦੋਲਨ ਦੇ ਵਿੱਚ ਹਿੱਸਾ ਪੰਜਾਬੀ ਦੇ ਤੌਰ ਤੇ ਲੈਣ ਦੇ ਉੱਤੇ ਗੱਲ ਕਰ ਰਿਹਾ। ਦੇਖੋ ਇਹ ਜਿਹੜਾ ਅੰਦੋਲਨ ਹੈ ਅੱਜ ਮੈਂ ਸਮਝਦਾ ਇਕੱਲੇ ਪੰਜਾਬ ਦਾ ਨਹੀਂਗਾ, ਜੋ ਉੱਥੇ ਜਾ ਕੇ ਦੇਖਿਆ ਜਦੋਂ ਇਹ ਅੰਦੋਲਨ ਤਾਂ ਜਨ ਦਾ ਅੰਦੋਲਨ ਬਣ ਚੁੱਕਾ, ਤੇ ਪੰਜਾਬ ਦਾ ਕੀ, ਹਰਿਆਣੇ ਦਾ ਕੀ, ਦੇਸ਼ ਦਾ ਹਰ ਭਾਈਚਾਰਾ ਜਿਹੜਾ ਤੇ ਹਰ ਜਿਹੜਾ ਕਿੱਤੇ ਦੇ ਵਿੱਚ ਪਏ ਹੋਏ ਲੋਕ ਆ, ਚਾਹੇ ਉਹ ਡਾਕਟਰੀ ਕਿੱਤੇ 'ਚ ਆ, ਚਾਹੇ ਉਹ ਮੀਡੀਆ ਦੇ ਵਿੱਚ ਆ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਆ, ਉਹ ਸਾਰੇ ਹੀ ਇਸ ਅੰਦੋਲਨ ਦਾ ਅੱਜ ਹਿੱਸਾ ਬਣ ਚੁੱਕੇ ਆ। ਬਿਲਕੁਲ। ਤੇ ਉੱਥੇ ਜੋ ਇੰਤਜ਼ਾਮ ਦੇਖੇ ਆ ਜਾਂ ਲੋਕਾਂ ਵਿੱਚ ਜੇਕਰ ਜਨੂਨ ਦੇਖਿਆ ਆ, ਕਿੱਦਾਂ ਲੱਗਦਾ ਕਿ ਆਪਣੀ ਜਿੱਤ ਕਿੱਡੀ ਦੂਰ ਆ ਜੇ? ਦੇਖੋ ਜਿਹੜਾ ਮੈਂ ਸਮਝਦਾ ਵੀ ਸਾਡਾ ਤਾਂ ਜੇ ਆਪਾਂ ਧਾਰਮਿਕ ਤੌਰ ਤੇ ਵੀ ਲਈਏ, ਜੋ ਸਾਨੂੰ ਬਾਬੇ ਨਾਨਕ ਨੇ ਜਿਹੜਾ ਸੱਚਾ ਸੌਦਾ ਕੀਤਾ ਸੀਗਾ ਉਹ ਉੱਥੇ ਟੁੱਟ ਵਰਤ ਰਿਹਾ ਜੀ। ਵੀ ਅੱਜ ਉੱਥੇ ਪਿੰਨੀਆਂ ਦੇ ਲੰਗਰ, ਅੱਜ ਉੱਥੇ ਡਰਾਈ ਫਰੂਟ ਦੇ ਲੰਗਰ, ਅੱਜ ਉੱਥੇ ਮੈਡੀਕਲ ਦੇ ਲੰਗਰ, ਉੱਥੇ ਸਾਬਣ ਦੇ, ਹਰ ਚੀਜ਼ ਜਿਹੜੀ ਹੈ ਜੀ, ਮਤਲਬ ਇੱਕ ਅਲੌਕਿਕ ਨਜ਼ਾਰਾ। ਉੱਥੇ ਜਾ ਕੇ ਬੰਦੇ ਦੇ ਮਨ ਦੇ ਵਿੱਚ ਐਡਾ ਵੱਡਾ ਹੌਸਲਾ ਬਣਦਾ ਉਹ ਚੀਜ਼ਾਂ ਦੇਖ ਕੇ, ਤੇ ਉਹਦੇ ਹਿਸਾਬ ਨਾਲ ਤਾਂ ਜਿੱਦਾਂ ਅੱਜ ਜਨ ਜਿਹੜਾ ਇਸ ਸੰਘਰਸ਼ ਨਾਲ ਜੁੜ ਗਿਆ, ਜਿੱਤ ਤਾਂ ਜਿਹੜੀ ਆ ਉਹ ਨਿਸ਼ਚਿਤ ਹੈ ਜੀ। ਜਿੱਤ ਆਪਣੀ ਨਿਸ਼ਚਿਤ ਆ। ਤੇ ਜੇ ਆਪਾਂ ਲੰਗਰਾਂ ਦੇ ਉੱਪਰ ਉੱਠ ਕੇ ਗੱਲ ਕਰੀਏ ਕਿ ਜੋ ਕਾਨੂੰਨ ਨੇ ਉਹਦੇ ਵਿੱਚ ਜਿਹੜੀਆਂ ਖਾਮੀਆਂ ਨੇ, ਉਹਨਾਂ ਪ੍ਰਤੀ ਲੋਕਾਂ ਨੂੰ ਸਮਝਾਉਣ ਦੇ ਲਈ ਕੀ ਉਪਰਾਲੇ ਕੀਤੇ ਜਾਂਦੇ ਨੇ ਉੱਥੇ? ਅਸੀਂ ਕਿਉਂਕਿ ਦੇਖਿਆ ਸੀ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਨਾਟਕਾਂ ਦੇ ਤੌਰ ਦੇ ਉੱਤੇ ਜਾਂ ਹੋਰ ਤਰੀਕਿਆਂ ਦੇ ਨਾਲ, ਆਪਣੇ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ, ਆਪਾਂ ਕਹਿ ਲੈਂਦੇ ਸਪੀਚਾਂ ਨਾਲ ਸ਼ਾਇਦ ਔਖਾ ਹੋ ਜਾਂਦਾ, ਤੇ ਜਿਹੜੇ ਨਾਟਕ ਜਾਂ ਆਪਾਂ ਕਹਿ ਲਈਏ ਕਿ ਗਾ ਕੇ ਜਾਂ ਉਦਾਂ ਜਿਹੜਾ ਸਮਝਾਇਆ ਸੌਖਾ ਜਾਂਦਾ।
ਉਸ ਤਰੀਕੇ ਨਾਲ ਸਮਝਾ ਰਹੇ ਸੀ। ਤੁਸੀਂ ਵੀ ਇਦਾਂ ਦੇ ਕੀ ਦ੍ਰਿਸ਼ ਦੇਖੇ ਉੱਥੇ? ਹਾਂ, ਉੱਥੇ ਬਹੁਤ ਜਗ੍ਹਾ ਦੇ ਉੱਤੇ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹ ਸੰਗੀਤ ਰਾਹੀਂ ਜਾਂ ਉਹ ਨਾਟਕਾਂ ਰਾਹੀਂ ਜਿਹੜਾ ਦੱਸਦੇ ਆ, ਸਮਝਾਉਂਦੇ ਆ, ਫਿਰ ਉਹ ਟਰਾਲੀਆਂ ਦੇ ਵਿੱਚ ਆਉਂਦੇ ਆ, ਜਿੱਥੇ ਸਾਡੇ ਕਿਸਾਨ ਵੀਰ ਬੈਠੇ ਆ ਉਹਨਾਂ ਦੇ ਨਾਲ ਉਹ ਡਿਸਕਸ਼ਨ ਕਰਦੇ ਆ, ਉਹਨਾਂ ਨੂੰ ਦੱਸਦੇ ਆ। ਉਹਦੇ ਨਾਲ ਬਹੁਤ ਜ਼ਿਆਦਾ ਅਵੇਅਰਨੈਸ ਜਿਹੜੀ ਆਉਂਦੀ ਆ ਸਾਡੇ ਸਾਰਿਆਂ ਦੇ ਵਿੱਚ। ਉਹ ਬਹੁਤ ਵਧੀਆ ਤਰੀਕਾ ਹੈ ਉਹਨਾਂ ਦਾ, ਜਿਹੜਾ ਸੌਖਾ ਸਿੰਪਲ ਲੈਂਗੁਏਜ ਦੇ ਵਿੱਚ ਉਹ ਗੱਲ ਕਰਦੇ ਆ ਤੇ ਕੀ ਸਾਡੇ ਨਾਲ ਹੋਣਾ ਆ। ਇਹ ਜਦੋਂ ਲਾਗੂ ਹੋ ਗਿਆ ਕਾਨੂੰਨ, ਉਹ ਜਦੋਂ ਉਹ ਸਾਨੂੰ ਸਮਝਾਉਂਦੇ ਆ ਸੌਖੇ ਤਰੀਕੇ ਦੇ ਨਾਲ, ਤਾਂ ਉਹ ਪਤਾ ਲੱਗਦਾ ਵੀ ਜਿਹੜਾ ਆਉਣ ਵਾਲਾ ਭਵਿੱਖ ਹੈ, ਜੇ ਕਾਨੂੰਨ ਲਾਗੂ ਹੋ ਗਿਆ ਤਾਂ ਸਾਡਾ ਕਿੰਨਾ ਬਦਲਾਅ ਹੋ ਜਾਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ। ਤੁਸੀਂ ਉੱਥੇ ਬਹੁਤ ਲੰਬਾ ਸਮਾਂ ਰਹੇ ਹੋ, ਤਕਰੀਬਨ 26 ਤਰੀਕ ਤੋਂ ਤੁਸੀਂ ਉੱਥੇ ਸੀਗੇ। ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੋਈ ਇੱਕ ਇਦਾਂ ਦਾ ਅੰਦੋਲਨਕਾਰੀ ਮਿਲਿਆ ਜਿਹੜਾ ਅੱਕ ਚੁੱਕਾ ਹੋਵੇ ਕਿ ਨਹੀਂ ਯਾਰ ਇਹ ਖਤਮ ਹੋਣਾ ਚਾਹੀਦਾ, ਛੱਡੋ ਚੱਲੀਏ ਘਰਾਂ ਨੂੰ? ਮੈਂ ਤਾਂ ਇਹ ਸਮਝਦਾ ਵੀ ਜੇ ਕਿਤੇ ਕਿਸੇ ਬੰਦੇ ਨੂੰ ਮਜਬੂਰੀ ਬਸ 1 ਜਾਂ 2 ਦਿਨ ਇੱਥੇ ਆਉਣਾ ਪੈਂਦਾ ਤਾਂ ਉਹਦੇ ਲਈ ਉਹ ਟਾਈਮ ਲੰਘਾਉਣਾ ਔਖਾ ਹੋ ਜਾਂਦਾ। ਵੀ ਮੈਂ ਉਹਦੇ ਦੇ ਮਨ ਦੇ ਵਿੱਚ ਇਹ ਭਾਵਨਾ ਹੁੰਦੀ ਵੀ ਮੈਂ ਉਹ ਕਿਹੜਾ ਸਮਾਂ ਮੈਂ ਉੜ ਕੇ ਉੱਥੇ ਪਹੁੰਚ ਜਾਵਾਂ ਦੁਬਾਰਾ ਵਾਪਸ। ਇੰਨਾ ਜੋਸ਼ ਆ ਤੇ ਇੰਨਾ ਹੌਸਲਾ, ਇੰਨਾ ਉੱਥੇ ਜਾ ਕੇ ਹਰ ਇੱਕ ਬੰਦੇ ਦਾ ਮਨ ਕਰਦਾ ਵੀ ਮੈਂ ਉਹਦੇ ਚ ਪਾਰਟਿਸਿਪੇਟ ਕਰਾਂ, ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ। ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ। ਮੈਂ ਕੱਲ ਨੂੰ ਮੈਂ ਬੱਚਿਆਂ ਨੂੰ ਕੀ ਜਵਾਬ ਦਊਂਗਾ ਜਦੋਂ ਬੱਚੇ ਪੁੱਛਣਗੇ ਉਹ ਅੰਦੋਲਨ 'ਚ ਤੁਸੀਂ ਕਿੱਥੇ ਸੀ? ਹਾਂਜੀ ਹਾਂਜੀ, ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੇ ਜਲਦੀ ਸਿਹਤਯਾਬ ਹੋਵੋ, ਸਾਡੀਆਂ ਇਛਾਵਾਂ ਤੁਹਾਡੇ ਨਾਲ ਨੇ ਜੀ। ਤੇ ਇਹ ਸੀ ਅਮਰਜੀਤ ਸਿੰਘ ਸੰਧੂ। ਇਹ 26 ਤਰੀਕ ਤੋਂ ਉੱਥੇ ਨੇ, ਮੈਂ ਰੋਜ਼ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦਾ ਸੀ ਤੇ ਮੇਰੀ ਇਹਨਾਂ ਨਾਲ ਉਦੋਂ ਪਹੁੰਚਿਆ ਮੈਂ ਉੱਥੇ, ਤਾਂ ਮੈਂ ਗੱਲ ਹੋਈ ਤੇ ਇਹਨਾਂ ਨੇ ਕਿਹਾ ਸੀ ਤੁਹਾਨੂੰ ਦੇਖਿਆ ਸੀ ਲੇਕਿਨ ਮੇਰੀ ਤਬੀਅਤ ਖਰਾਬ ਹੋ ਗਈ, ਮੈਂ ਵਾਪਸ ਜਿਹੜਾ ਜਾ ਰਿਹਾ। ਤੇ ਇੱਕ ਬੜੀ ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਜਲਦੀ ਠੀਕ ਹੋ ਕੇ ਦੁਬਾਰਾ ਉਸ ਸੰਘਰਸ਼ ਦਾ ਹਿੱਸਾ ਬਣੇ, ਦੁਬਾਰਾ ਉਸ ਸੰਘਰਸ਼ ਦਾ ਹਿੱਸਾ ਜਿਹੜਾ ਆ ਉਹ। ਤੇ ਸਰ ਇਹ ਇੱਕ ਅਜਿਹਾ ਸਮਾਂ ਆ ਕਿ ਜਿੱਥੇ ਪੰਜਾਬੀਆਂ ਨੇ ਇਤਿਹਾਸ ਇੱਥੇ ਕਾਇਮ ਕੀਤਾ ਨਾ, ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਇਤਿਹਾਸ ਕਾਇਮ ਕਰ ਦਿੱਤਾ ਗਿਆ। ਤੁਸੀਂ ਇਹ ਦੇਖੋ ਕਿ ਕਾਨੂੰਨ ਜਿਹੜੇ ਸਾਡੇ ਇੱਥੇ ਧੱਕੇ ਨਾਲ ਪਾਸ ਕੀਤੇ ਗਏ ਨੇ ਜਾਂ ਫਿਰ ਕਹਿ ਲਓ ਕਿ ਜ਼ੋਰ ਸ਼ੋਰ ਦੇ ਨਾਲ ਹੀ ਵੀ ਅਸੀਂ ਆਪਣਾ ਦਬਦਬਾ ਰੱਖਣਾ ਕਿਸਾਨਾਂ ਦੇ ਉੱਤੇ, ਹਨਾ, ਤੇ ਸਾਡੀ ਆਵਾਜ਼ ਸਾਡੀ ਸਰਕਾਰ ਨਹੀਂ ਸੁਣ ਰਹੀ, ਪਰ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਨੇ, ਵਿਦੇਸ਼ਾਂ ਦੀਆਂ ਸਰਕਾਰਾਂ ਨੇ, ਉਹ ਸਾਡੇ ਨਾਲ ਖੜੀਆਂ ਨੇ। ਸਾਰੀਆਂ ਜਿਹੜੀਆਂ ਵੀ ਮੇਨ ਕੰਟਰੀਜ਼ ਹੈਗੀਆਂ ਜਿੱਥੇ ਪੰਜਾਬੀਆਂ ਦਾ ਦਬਦਬਾ ਆ, ਉਹਨਾਂ ਦੀ ਉੱਥੇ ਜਿੰਨੇ ਵੀ ਲੋਕ ਸਭਾ ਆ, ਅਸੈਂਬਲੀਆਂ ਨੇ, ਉਹ ਪੰਜਾਬੀਆਂ ਦੀ ਕਿਸਾਨੀ ਦੀ ਜਿਹੜੀ ਮੰਗ ਆ ਉਹਦੇ ਹੱਕ ਦੇ ਵਿੱਚ ਗੂੰਜਦੀਆਂ ਨੇ। ਬਿਲਕੁਲ। ਭਾਵੇਂ ਆਪਾਂ ਇੰਗਲੈਂਡ ਦੀ ਗੱਲ ਕਰੀਏ, ਉੱਥੇ ਤਨਵੰਜੀਤ ਸਿੰਘ ਢੇਸੀ ਜਿਹੜੇ ਉੱਥੇ ਦੇ MP ਨੇ, ਪੰਜਾਬੀ ਨੇ, ਸਿੱਖ ਨੇ, ਉਹਨਾਂ ਨੇ 36 MPਆਂ ਦੇ ਨਾਲ ਇੱਕ ਲੈਟਰ ਜਿਹੜੀ ਆ ਬੋਰਿਸ ਜੌਨਸਨ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਦਿੱਤੀ। ਅਗਰ ਆਪਾਂ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਦੇ ਉੱਤੇ ਆਪਣੀ ਟਿੱਪਣੀ ਦੇ ਚੁੱਕੇ ਨੇ। ਉਸ ਦੇ ਸੰਬੰਧ ਵਿੱਚ ਉੱਥੇ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਵੀ ਉੱਥੇ ਗੱਲ ਹੋਈ। ਕੈਨੇਡਾ ਦੇ ਅਮਰੀਕਾ ਦੇ ਵਿੱਚ ਵੀ ਜਿਹੜੇ ਆ ਪ੍ਰਦਰਸ਼ਨ ਕੀਤੇ ਗਏ, ਯੂਰਪ ਦੇ ਵਿੱਚ ਕੀਤੇ ਗਏ, ਤੇ ਕੈਨੇਡਾ ਜਾਂ ਹੋਰ ਜਗ੍ਹਾ ਦੇ ਉੱਤੇ ਹਾਰਨ ਵਜਾ ਕੇ ਉਹ ਹਾਰਨਾਂ ਦੀ ਆਵਾਜ਼ ਕਿਸੇ ਤਰੀਕੇ ਨਾਲ ਇੰਡੀਆ ਗਵਰਨਮੈਂਟ ਤੱਕ ਪਹੁੰਚਾਉਣ ਦਾ ਜਿਹੜਾ ਆ ਉਹ ਯਤਨ ਉਹ ਵੀ ਉੱਥੇ ਕੀਤਾ ਗਿਆ, ਹਨਾ। ਤੇ ਇੱਕ ਜੋਸ਼ ਜਿਹੜਾ ਆ ਉੱਥੇ ਵੀ ਪੰਜਾਬੀਆਂ ਦੇ ਵਿੱਚ ਆ, ਗੁੱਸਾ ਵੀ ਹੈ। ਇਸ ਕਰਕੇ ਜਿਹੜਾ ਹੈ ਕਿ ਗੁੱਸਾ ਨਾ ਵਧੇ, ਚਾਹੀਦਾ ਹੈ ਕਿ ਗਵਰਨਮੈਂਟ ਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਸਾਰਥਕ ਹੱਲ ਕੱਢ ਕੇ ਇਹਨੂੰ ਟੌਪਿਕ ਹੈ ਜਿਹੜਾ ਉਹਨੂੰ ਖਤਮ ਕਰਨਾ, ਚੰਗੇ ਤਰੀਕੇ ਦੇ ਨਾਲ ਖਤਮ ਕੀਤਾ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਵਰੰਗ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ? ਹਾਂ, ਜਤਿੰਦਰ ਸਿੰਘ ਖਾਲਸਾ ਬੋਲਦਾ ਜੀ। ਜੀ, ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ। ਹਾਂਜੀ ਜੀ, ਤੇ ਤੁਸੀਂ ਕਿਸਾਨ ਅੰਦੋਲਨ ਦੇ ਬਾਰੇ ਕੀ ਤੁਸੀਂ ਆਪਣੇ ਵਿਚਾਰ ਰੱਖਣਾ ਚਾਹੋਗੇ? ਕਿਸਾਨ ਅੰਦੋਲਨ ਮੈਡਮ ਕੱਲਾ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਜੀ, ਇਹ ਮਜ਼ਦੂਰਾਂ ਦਾ, ਆਮ ਲੋਕਾਂ ਦਾ, ਮੁਲਾਜ਼ਮਾਂ ਦਾ ਤੇ ਸਾਰੇ ਸਮੁੱਚੇ ਭਾਰਤ ਦਾ ਅੰਦੋਲਨ ਬਣ ਚੁੱਕਾ ਜੀ। ਸਰਕਾਰ ਨੂੰ ਚਾਹੀਦਾ ਵੀ ਇਹ ਅੰਦੋਲਨ ਜਿੰਨੇ ਤੋਂ ਜਲਦੀ ਦਾ ਹੱਲ ਕੱਢਣਾ ਚਾਹੀਦਾ, ਜੋ ਕਿਸਾਨਾਂ ਦੀਆਂ ਤੇ ਜੋ ਮੰਗਾਂ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ, ਜਲਦੀ ਪੂਰਾ ਕਰਨਾ ਚਾਹੀਦਾ। ਹਾਂਜੀ ਬਿਲਕੁਲ। ਜਦੋਂ ਬਿੱਲ ਦੀ ਗੱਲ ਆਉਂਦੀ ਆ ਕਿ ਕਿਸਾਨ ਕਹਿੰਦੇ ਕਿ ਸਾਨੂੰ ਇਸ ਬਿੱਲ ਦੀ ਜ਼ਰੂਰਤ ਨਹੀਂ ਹੈਗੀ ਤੇ ਉਹ ਕਹਿੰਦੇ ਕਿ ਅਸੀਂ ਅਮੈਂਡਮੈਂਟ ਕਰ ਦਿੰਦੇ ਆ, ਹਨਾ, ਤੇ ਉਹ ਗੱਲ ਇਹ ਕੀਤੀ ਜਾ ਰਹੀ ਹੈ ਕਿ ਇਹ ਬਿੱਲ ਜਿਹੜੇ ਆ ਉਹ ਵਾਪਸ ਲਏ ਜਾਣ। ਜੇ ਦੁਬਾਰਾ ਲਿਆਉਣੇ ਆ ਤਾਂ ਨਵੇਂ ਸਿਰ ਤੋਂ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਨਾਲ ਬੈਠ ਕੇ ਨਵੇਂ ਬਿੱਲ ਬਣਾ ਕੇ ਲੈ ਆਉਣ, ਉਹ ਕਿਸਾਨਾਂ ਨੂੰ ਮਨਜ਼ੂਰ ਹੋਣਗੇ। ਬਿਲਕੁਲ। ਜੇ ਸਰਕਾਰ ਲੋਕ ਨਹੀਂ ਚਾਹੁੰਦੇ, ਸਰਕਾਰਾਂ ਤਾਂ ਆਪਣੇ ਲੋਕਾਂ ਦੀ ਭਲਾਈ ਲਈ ਚੁਣਦੀਆਂ। ਇਹ ਸਰਕਾਰਾਂ ਜਿਹੜੀ ਹੈਗੇ ਆਪਣੇ ਕਾਰਪੋਰੇਟ ਧਾਰਿਆਂ ਲਈ ਕੰਮ ਕਰਦੀਆਂ ਜੀ। ਗਲਤ ਹੈ ਜੀ, ਬਿਲਕੁਲ ਗਲਤ ਹੈ ਜੀ। ਬਿਲਕੁਲ ਜੀ। ਤੇ ਜੋ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਜੋ ਇੰਤਜ਼ਾਮ ਹੋਏ ਨੇ, ਜੋ ਉੱਥੇ ਸਿਸਟਮ ਚੱਲ ਰਿਹਾ ਹੈ, ਤੁਸੀਂ ਉਸ ਤੋਂ ਸੰਤੁਸ਼ਟ ਹੋ? ਕਿੱਦਾਂ ਲੱਗਦਾ ਤੁਹਾਨੂੰ? ਹਾਂਜੀ, ਜਿੰਨਾ ਇਹ ਸਾਰੇ ਵਰਲਡ ਦਾ ਇੰਨਾ ਸ਼ਾਂਤੀਪੂਰਨ ਮੈਂ ਅੰਦੋਲਨ ਮੇਰੀ ਲਾਈਫ ਜਿਹੜੀ 50 ਸਾਲ ਮੇਰਾ ਹੈਗੀ, ਮੈਂ ਇਦਾਂ ਦਾ ਅੰਦੋਲਨ ਕਦੇ ਦੇਖਿਆ ਨਹੀਂ ਜੀ ਵੀ ਸ਼ਾਂਤੀਮਈ ਅੰਦੋਲਨ ਜਿਹਦੇ ਵਿੱਚ ਸਾਰੇ ਲੋਕ ਬਿਨਾਂ ਭੇਦਭਾਵ ਤੋਂ ਭਾਗ ਲੈ ਰਹੇ ਹੋਣ। ਜੀ, ਠੀਕ ਹੈ ਜੀ, ਧੰਨਵਾਦ ਜੀ। ਬਹੁਤ ਧੰਨਵਾਦ ਜੀ।
ਥੈਂਕ ਯੂ ਜੀ ਜੀ ਹਾਂਜੀ ਤੇ ਸਰ ਆਪਣੇ ਕੋਲ ਸਮਾਂ ਵੀ ਥੋੜਾ ਰਹਿ ਗਿਆ, ਉੱਥੇ ਹੀ ਇੱਕ ਜਿਹੜੀ ਖਾਸ ਬਾਤ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਤੁਹਾਡੇ ਮੈਂ ਵਿਚਾਰ ਜਾਣਨਾ ਚਾਹੂੰਗੀ ਕਿ ਕਿਹਾ ਜਾ ਰਿਹਾ ਕਿ ਜਿਹੜੇ ਜਿੱਥੇ ਸੰਘਰਸ਼ ਹੋ ਰਿਹਾ ਹੈ ਉੱਥੇ ਜਿਹੜੇ ਜੈਮਰ ਉਹ ਲਗਾਏ ਗਏ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਤਾਈਂ ਮੈਂ ਆਪਣੇ ਸੋਰਸਸ ਥਰੂ ਪਤਾ ਕੀਤਾ, ਕਿਹਾ ਜਾ ਰਿਹਾ ਕਿ ਜੈਮਰ ਲੱਗੇ। ਆਫੀਸ਼ੀਅਲ ਜਿਹੜੇ ਆ ਉਹਨਾਂ ਨੇ ਜੈਮਰ ਨਹੀਂ ਲਗਾਏ। ਜੇ ਆਫੀਸ਼ੀਅਲ ਨੈਟ ਬੰਦ ਕਰਨਾ ਹੁੰਦਾ ਉਹ ਟਾਵਰ ਤੋਂ ਕਰ ਸਕਦੇ, ਜਾਂ ਜਿਹੜੀ ਉੱਥੇ ਦੀ ਕੰਪਨੀ ਆ ਉਹਨਾਂ ਨੂੰ ਕਹਿ ਸਕਦੇ ਕਿ ਉਸ ਏਰੀਆ ਦਾ ਨੈਟ ਬੰਦ ਕਰ ਦਿਓ। ਲੇਕਿਨ ਇਹ ਹੈ ਕਿ ਉਹ ਕਿਹਾ ਜਾ ਰਿਹਾ ਕਿ ਕੁਝ ਗੱਡੀਆਂ ਇਹੋ ਜਿਹੀਆਂ ਖੜੀਆਂ ਕੀਤੀਆਂ ਨੇ ਜਿਹੜੀਆਂ ਜੈਮਰ ਟਾਈਪ ਨੇ, ਜਿਨ੍ਹਾਂ ਦੇ ਨਾਲ ਮੈਂ ਖੁਦ ਉੱਥੇ ਰਿਹਾ, ਉੱਥੇ ਜਾ ਕੇ ਤੁਹਾਡਾ ਨੈਟ ਬਿਲਕੁਲ ਚੱਲਣਾ ਬੰਦ ਹੋ ਜਾਂਦਾ। ਤੁਸੀਂ ਇਹ ਤੱਕ ਕਿ 2G ਵੀ ਨਹੀਂ ਚੱਲਦਾ। ਨਹੀਂ ਤਾਂ ਆਪਾਂ ਇੰਨੇ ਮੇਲਿਆਂ ਦੇ ਵਿੱਚ ਜਾਂਦੇ ਆ, ਹੋਰ ਜਗ੍ਹਾ ਦੇ ਉੱਤੇ ਜਾਂਦੇ ਆ, ਉੱਥੇ ਤੁਹਾਡਾ ਨੈਟ ਜਿਹੜਾ ਆ ਚੱਲਦਾ ਰਹਿੰਦਾ ਹੁੰਦਾ, ਉੱਥੇ ਵੀ ਇਦਾਂ ਰਸ਼ ਹੁੰਦਾ ਨਾ ਜੀ। ਅਗਰ ਆਪਾਂ ਰਾਸ਼ਟਰੀ ਯੂਜ਼ਰਸ ਦੀ ਗੱਲ ਕਰੀਏ ਤਾਂ ਉੱਥੇ ਵੀ ਇਦਾਂ ਹੁੰਦਾ। ਲੇਕਿਨ ਉੱਥੇ ਜਾ ਕੇ ਨੈਟ ਤੁਹਾਡਾ, ਅਗਰ ਖਾਸ ਕਰ ਤੁਸੀਂ ਸਟੇਜ ਤੋਂ ਆਸੇ-ਪਾਸੇ 200-300-400 ਮੀਟਰ ਤੱਕ ਚੱਲ ਜਾਓ ਤਾਂ ਬਿਲਕੁਲ ਨੈਟ ਜਿਹੜਾ ਆ ਉਹ ਚੱਲਣਾ ਉਹ ਬੰਦ ਹੋ ਜਾਂਦਾ। ਹੋ ਸਕਦਾ ਹੈ ਕਿ ਸਰਕਾਰ ਨੇ ਜੈਮਰ ਵਰਗਾ ਕੋਈ ਸਿਸਟਮ ਉੱਥੇ ਕੀਤਾ ਹੋਇਆ ਆ, ਲੇਕਿਨ ਉਹਨਾਂ ਨੇ ਵੀ ਅਨਾਉਂਸ ਨਹੀਂ ਕੀਤਾ। ਲੇਕਿਨ ਉਹਦੇ ਜਿਹੜਾ ਇਹ ਹੈ ਕਿ ਮੋਬਾਈਲ ਦੇ ਉੱਤੇ ਨੈਟ ਨਹੀਂ ਚੱਲਦਾ, ਜਿਹਦੇ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ, ਖਾਸ ਕਰ ਜਿਹੜੀ ਸਾਡੀ ਮੀਡੀਆ ਲਾਈਨ ਆ, ਇਹਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਉਦੋਂ ਉੱਥੇ ਝੱਲਣੀਆਂ ਪੈਂਦੀਆਂ। ਮਤਲਬ ਸਰਕਾਰ ਚਾਹੁੰਦੀ ਹੈ ਕਿ ਸਾਡੀ ਜਿਹੜੀ ਨੈਸ਼ਨਲ ਮੀਡੀਆ ਉਹ ਤਾਂ ਅਸੀਂ ਚੁੱਪ ਕਰਾਈ ਹੋਈ ਆ, ਤੇ ਜਿਹੜੇ ਹੁਣ ਇਹ ਪੰਜਾਬੀ ਮੀਡੀਆ ਇੱਥੇ ਪਹੁੰਚੇ ਹੋਏ ਨੇ, ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਾਡੀ ਆਵਾਜ਼ ਜਿਹੜੀ ਇੱਥੇ ਵੀ ਬਾਹਰ ਨਾ ਨਿਕਲ ਸਕੇ ਕਿਸੇ। ਹਾਂ, ਮਤਲਬ ਦੂਜੇ ਦੇ ਘਰ ਵਿੱਚ ਝਾਕਣਾ ਤਾਂ ਆਪਣੇ ਘਰ ਦੀ ਬਾਹਰ ਨਾ ਜਾਵੇ, ਆਪਣੇ ਘਰ ਦੀ। ਉਹ ਸਿਸਟਮ ਉਹਨਾਂ ਦਾ ਬਣਿਆ ਹੋਇਆ ਜੀ। ਸੋ ਸਾਡੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਹੁਣ ਸਮਾਪਤ ਹੋ ਚੁੱਕਾ ਹੈ। ਸੋ ਅਸੀਂ ਗੱਲਬਾਤ ਕਰ ਰਹੇ ਸੀ ਜੀ ਕਿਸਾਨ ਅੰਦੋਲਨ ਤੇ, ਇੱਕ ਅੰਦੋਲਨ ਜਿਹੜਾ ਜਾਰੀ ਹੈ। ਉਮੀਦ ਕਰਦੇ ਹਾਂ ਕਿ ਜਲਦੀ ਸਾਨੂੰ ਜਿਹੜੀ ਜਿੱਤ ਮਿਲੇ ਤੇ ਅਸੀਂ ਵਾਪਸ ਆਪਣੇ ਕੰਮਾਂ ਕਾਰਾਂ ਦੇ ਵਿੱਚ ਆਈਏ, ਅਸੀਂ ਇੱਕ ਜਿੱਤ ਦੇ ਨਾਲ। ਤੇ ਜਾਂਦੇ ਜਾਂਦੇ ਇਹ ਵੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਅਸੀਂ ਜਾਣਦੇ ਕਿ ਜਿਹੜੀਆਂ ਖਬਰਾਂ ਆ ਰਹੀਆਂ ਸੀ, ਕਿਸੇ ਨਾ ਕਿਸੇ ਤਰੀਕੇ ਨਾਲ ਹਰ ਇੱਕ ਨੇ ਆਪਣਾ ਯੋਗਦਾਨ ਪਾਇਆ ਇਸ ਸੰਘਰਸ਼ ਦੇ ਵਿੱਚ, ਚਾਹੇ ਉਹ ਖਿਡਾਰੀ ਹੋਵੇ, ਚਾਹੇ ਉਹ ਕੋਈ ਅਜਿਹਾ ਨਾਮਵਰ ਸ਼ਖਸੀਅਤ ਹੋਵੇ ਜਿਹਨੂੰ ਕੋਈ ਪੁਰਸਕਾਰ ਮਿਲਿਆ, ਉਹਨਾਂ ਨੇ ਉਹ ਪੁਰਸਕਾਰ ਵਾਪਸ ਕੀਤੇ ਨੇ। ਉਹਨਾਂ ਦਾ ਵੀ ਬਹੁਤ ਵਧੀਆ ਜਿਹੜਾ ਯੋਗਦਾਨ ਹੈਗਾ ਇਸ ਸੰਘਰਸ਼ ਦੇ ਵਿੱਚ। ਸੋ ਅਗਲੇ ਹਫਤੇ ਇਸੇ ਹੀ ਦਿਨ ਇਸੇ ਸਮੇਂ ਮੁੜ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਅਪਡੇਟਸ। ਹੁਣ ਦੇ ਲਈ ਇਜਾਜ਼ਤ ਦਿਓ। ਪਿਆਰ ਭਰੀ ਸਤਿ ਸ਼੍ਰੀ ਅਕਾਲ।